ਜਦੋਂ ਆਪਾਂ ਪੰਡਤਾਂ ਦੇ ਜਾ ਵੜਦੇ ਹਾਂ, ਜਦੋਂ ਆਪਾਂ ਮੰਗਲੀਕ ਪਛਾਣਨ ਲੱਗ ਜਾਂਦੇ ਹਾਂ, ਫਿਰ ਆਪਾਂ ਉਹੀ ਗੱਲ ਹੈ ਨਾ ਕਿ ਬਾਣੀ ਦੇ ਅਗੇਂਸਟ ਜਾ ਕੇ ਕੁਦਰਤ ਨਾਲ ਖਿਲਵਾੜ ਆਪ ਹੀ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬੰਦੇ ਦੀਆਂ ਬਣਾਈਆਂ ਹੋਈਆਂ ਸ਼ਰਾਰਤਾਂ ਨੇ ਸਾਰੀਆਂ। ਅੱਜ ਦੀ ਔਰਤ ਜਿਹੜੀ ਹੈ ਉਹ ਘਰ 'ਚ ਬੰਦ ਨਹੀਂ ਰਹਿਣਾ ਚਾਹੁੰਦੀ, ਅਤੇ 60 ਸਾਲ ਦੀ ਉਮਰ 'ਚ ਵੀ ਮੈਂ ਇੱਦਾਂ ਨਹੀਂ ਸੋਚਦੀ ਕਿ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਾਰਾ ਕੁਝ ਕਰਦੀ ਹਾਂ। ਹੁਣ ਤਾਂ ਸੱਸਾਂ ਮਾਵਾਂ ਵੀ ਜਿਹੜੀਆਂ ਹੈਗੀਆਂ ਉਹ ਸਾਡੇ ਵਰਗੀਆਂ ਹੋ ਗਈਆਂ, ਜਿਨ੍ਹਾਂ ਨੇ ਆਪ ਇਹੋ ਜਿਹਾ ਕੁਝ ਕੀਤਾ ਹੋਇਆ। ਉਹ ਆਪ ਹੀ ਕਹਿ ਦਿੰਦੇ ਆ, ਬੇਟੇ ਕੁਆਲਿਟੀ ਟਾਈਮ ਸਪੈਂਡ ਕਰੋ, ਤੁਸੀਂ ਇਕੱਠੇ ਰਹੋ। ਮੈਂ ਲੰਘਣਾ ਨਾ, ਕਲਾਸ ਲੈਣ ਜਾਣਾ, ਤਾਂ ਰਸਤੇ 'ਚ ਮੁੰਡਿਆਂ ਨੇ ਖੜੇ ਹੋਣਾ ਅਤੇ ਆਪਸ 'ਚ ਮਾਂ ਭੈਣ ਦੀ ਗਾਲ ਕੱਢ ਕੇ ਉਹਨਾਂ ਨੇ ਗੱਲ ਸ਼ੁਰੂ ਕਰਨੀ। ਅਸੀਂ ਤਾਂ ਕਲਾਸ ਮਿਸ ਕਰਨ ਲੱਗਿਆ, ਸਾਡੀ ਜਾਨ ਨਿਕਲਦੀ ਸੀ ਜੇ ਟੀਚਰ ਕਿਤੇ ਮਿਲ ਜੇ, ਲੁਕਦੇ ਫਿਰਦੇ ਸੀ। ਆਪਣੀਆਂ ਬੇਟੀਆਂ ਨੂੰ ਉਸ ਤਰੀਕੇ ਨਾਲ ਤਿਆਰ ਕਰਨਾ ਜਿਸ ਤਰ੍ਹਾਂ ਦੀ ਸਮਾਜ ਤਵੱਕੋ ਰੱਖਦਾ ਉਹਨਾਂ ਤੋਂ, ਇਹ ਆਪਣੇ ਨਾਲ ਇੱਕ ਐਡਿਡ ਜ਼ਿੰਮੇਵਾਰੀ ਹੈ, ਇੱਕ ਬੋਝ ਹੈ ਜਿਹੜਾ ਐਕਸਟਰਾ ਆਪਣੇ ਉੱਤੇ ਹੈਗਾ। ਉਹ ਲੋਕ ਟਾਈਮ ਦੇ ਪਾਬੰਦ ਨੇ, ਉਹ ਲੋਕ ਸਿੰਸੀਅਰ ਨੇ ਆਪਣੀ ਡਿਊਟੀ ਦੇ ਪ੍ਰਤੀ, ਉਹ ਲੋਕ ਪ੍ਰੋਫੈਸ਼ਨਲ ਨੇ। ਇੱਥੇ ਸਰਕਾਰੀ ਨੌਕਰੀ 'ਚ ਵੀ ਤੁਸੀਂ ਦੇਖ ਲਓ ਕਿ ਲੱਗਣ ਤੋਂ ਪਹਿਲਾਂ ਹੀ ਲੋਕ ਕਹਿ ਦਿੰਦੇ ਨੇ ਕਿ ਐਸ਼ ਕਰਨ ਨੂੰ ਮਾਸਟਰੀ ਅਤੇ ਪੈਸੇ ਕਮਾਉਣ ਨੂੰ ਡਾਕਟਰੀ। ਬੇਟੀ ਮੇਰੀ ਹਿੰਦੁਸਤਾਨ ਦੀ ਪਹਿਲੀ ਔਨਕੋਪੈਥੋਲੋਜਿਸਟ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਰਣਦੀਪ। ਮੈਨੂੰ ਇਹ ਲੱਗਦਾ ਕਿ ਮੈਂ ਆਪਦਾ ਕੰਮ ਵਧੀਆ ਤਰੀਕੇ ਨਾਲ ਕਰ ਲਿਆ। ਇਹ ਤਾਂ ਕੋਈ ਸ਼ੱਕ ਨਹੀਂ ਹੈਗਾ ਇਹਦੇ 'ਚ ਕਿ ਕਰੀਅਰ ਪਹਿਲਾਂ ਬਣ ਜੇ ਤਾਂ ਬਹੁਤ ਵਧੀਆ ਗੱਲ ਹੈ, ਅਤੇ ਵਿਆਹ ਬਾਅਦ 'ਚ ਹੋਏ ਤਾਂ ਠੀਕ ਰਹਿੰਦਾ। ਇਹ ਜਿਹੜਾ ਲੇਟ ਮੈਰਿਜ ਹੋਣਾ ਅਤੇ ਲੇਟ ਸਭ ਕੁਝ ਹੋਣਾ, ਇਹ ਮਤਲਬ ਇੱਕ ਕੁਦਰਤੀ ਤਰੀਕੇ ਦੇ ਨਾਲ ਵੀ ਗਲਤ ਹੈ। ਦੋਸਤ ਹੋਣ ਲਈ ਤੁਹਾਨੂੰ ਸਹਿਨਸ਼ੀਲ ਹੋਣਾ ਪਏਗਾ, ਤੁਹਾਨੂੰ ਬੱਚੇ ਨੂੰ ਟਾਈਮ ਦੇਣਾ ਪਏਗਾ, ਉਹਦੀ ਗੱਲ ਨੂੰ ਆਰਾਮ ਨਾਲ ਸੁਣਨਾ ਪਏਗਾ। ਜੇ ਉਹਦੀ ਧੀ ਹੈਗੀ ਹੈ ਤਾਂ ਧੀ ਨੂੰ ਉਹਨੇ ਇਹ ਸਮਝਣ ਲਾਤਾ ਕਿ ਗਾਲਾਂ ਜਿਹੜੀਆਂ ਨੇ ਇਹ ਸੁਣਨ ਵਾਸਤੇ ਹੁੰਦੀਆਂ ਨੇ, ਅਤੇ ਗਾਲਾਂ ਸੁਣਨ 'ਚ ਕੋਈ ਫਰਕ ਨਹੀਂ ਪੈਂਦਾ ਹੁੰਦਾ, ਇਹ ਤਾਂ ਆਈ ਗਈ ਕਰੀ ਦੀ ਹੁੰਦੀ ਹੈ। ਪਰ ਵਾਲ ਚਿੱਟੇ ਮੈਨੂੰ ਕਦੀ ਬੁੱਢਾ ਨਹੀਂ ਕਰ ਸਕੇ ਇਸ ਪੁਆਇੰਟ ਆਫ ਵਿਊ ਨਾਲ ਕਿ ਮੈਂ ਕੁਝ ਨਹੀਂ ਕਰ ਸਕਦੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬੀ ਸੋਸ਼ਲ। ਮੈਂ ਤੁਹਾਡੇ ਨਾਲ ਰਣਦੀਪ ਪੰਧੀਰ। ਕੁੜੀਆਂ ਦੇ ਉੱਤੇ ਘਰ ਪਰਿਵਾਰਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ, ਪਰ ਬਹੁਤ ਸਮਾਂ ਨਿਕਲ ਜਾਂਦਾ ਹੈ ਸਾਨੂੰ ਇਹ ਸਮਝਦੇ ਕਿ ਕਰੀਅਰ ਅਤੇ ਘਰ ਪਰਿਵਾਰ, ਇਹਨਾਂ ਦੋਵਾਂ ਦੇ ਵਿੱਚ ਤਾਲਮੇਲ ਕਿਵੇਂ ਬਿਠਾਇਆ ਜਾਵੇ, ਸਥਿਰਤਾ ਕਿਵੇਂ ਲੈ ਕੇ ਆਈ ਜਾਵੇ। ਅਜੋਕੇ ਸਮੇਂ ਦੇ ਵਿੱਚ ਕੰਮਕਾਜੀ ਹੋਣਾ ਸਾਡੇ ਸਾਰਿਆਂ ਦੀ ਸਮੇਂ ਦੀ ਲੋੜ ਵੀ ਹੈ। ਖੁਦ ਦੇ ਵਿਕਾਸ ਦੇ ਲਈ ਵੀ ਕੰਮਕਾਜੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਵੀ ਸੰਸਥਾ ਦੇ ਨਾਲ ਜੁੜ ਕੇ ਕੰਮ ਕਰਦੇ ਹਾਂ ਜਾਂ ਚਾਹੇ ਆਪਣਾ ਖੁਦ ਦਾ ਕੋਈ ਕੰਮ ਕਰਦੇ ਹਾਂ, ਤਾਂ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਤੁਹਾਨੂੰ ਆਪਣੀ ਸ਼ਖਸੀਅਤ ਨਿਖਾਰਨ ਦੀ ਤਨਖਾਹ ਮਿਲ ਰਹੀ ਹੈ। ਤੁਸੀਂ ਬਹੁਤ ਕੁਝ ਸਿੱਖਦੇ ਹੋ ਜਦੋਂ ਤੁਸੀਂ ਕਿਸੇ ਵੀ ਪਾਸੇ ਦੇ ਵਿੱਚ, ਕਿਸੇ ਵੀ ਫੀਲਡ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ। ਪਰ ਅਜੋਕੇ ਸਮੇਂ ਦੇ ਵਿੱਚ ਇੱਕ ਦਬਾਅ ਜਿਹੜਾ ਹੈ ਉਹ ਨੌਜਵਾਨ ਪੀੜ੍ਹੀ ਦੇ ਉੱਤੇ ਜ਼ਰੂਰ ਹੈ ਕਿ ਉਹਨਾਂ ਨੇ ਪਹਿਲਾਂ ਕੀ ਕਰਨਾ, ਪਹਿਲਾਂ ਘਰ ਪਰਿਵਾਰ ਦੇਖਣ, ਆਪਣੀ ਜ਼ਿੰਦਗੀ ਜਿਹੜੀ ਹੈ ਉਹਨੂੰ ਅੱਗੇ ਵਧਾਉਣ, ਜਾਂ ਪਹਿਲਾਂ ਆਪਣਾ ਕਰੀਅਰ ਸੈੱਟ ਕਰਨ। ਇਸੇ ਵਿਸ਼ੇ 'ਤੇ ਅੱਜ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਮੈਮ ਮੰਜੂ ਅਰੋੜਾ ਦੇ ਕੋਲ। ਮੰਜੂ ਮੈਮ ਹੋਰਾਂ ਨੇ 35 ਵਰ੍ਹੇ ਅਧਿਆਪਕ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਬਤੌਰ ਮੁਖੀ ਫਿਜ਼ਿਕਸ ਡਿਪਾਰਟਮੈਂਟ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ, ਅਤੇ ਵੱਖ-ਵੱਖ ਥਾਵਾਂ 'ਤੇ ਉਹਨਾਂ ਨੇ ਆਪਣੀਆਂ ਇਹ ਸੇਵਾਵਾਂ ਦਿੱਤੀਆਂ ਨੇ। ਇਸ ਵੇਲੇ ਉਹਨਾਂ ਦੇ ਬੱਚੇ ਜ਼ਿੰਦਗੀ 'ਚ ਅੱਗੇ ਵੱਧ ਚੁੱਕੇ ਨੇ, ਡਾਕਟਰ ਨੇ। ਜ਼ਿੰਦਗੀ ਉਹਨਾਂ ਦੀ ਜਿਹੜੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹਾਂ ਹੁਣ ਇੱਕ ਮੁਕਾਮ 'ਤੇ ਨੇ ਬੱਚੇ, ਜ਼ਿੰਦਗੀ ਸੈੱਟ ਹੈ। ਪਰ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਮਾਪੇ ਕਿੰਨਾ ਕੁਝ ਝੱਲਦੇ ਨੇ, ਕਿਸ ਤਰ੍ਹਾਂ ਦੀ ਪਰਵਰਿਸ਼ ਸਾਨੂੰ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ, ਇਹਦੇ ਬਾਰੇ ਕੁਝ ਗੱਲਾਂ ਮੈਮ ਹੋਰਾਂ ਨਾਲ ਕਰਾਂਗੇ ਜੋ ਜ਼ਰੂਰ ਸਾਡੇ ਸਾਰਿਆਂ ਦੇ ਲਈ ਲਾਹੇਵੰਦ ਹੋਣਗੀਆਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਰਣਦੀਪ। ਬਹੁਤ ਚੰਗਾ ਲੱਗਿਆ ਮੈਮ ਤੁਹਾਨੂੰ ਮਿਲ ਕੇ। ਮੈਨੂੰ ਵੀ ਹਮੇਸ਼ਾ ਅੱਛਾ ਲੱਗਦਾ ਤੁਹਾਨੂੰ ਮਿਲ ਕੇ। ਜੀ, ਅੱਜ ਕਾਫੀ ਸਮੇਂ ਬਾਅਦ ਦੁਬਾਰਾ ਮੁਲਾਕਾਤ ਹੋ ਰਹੀ ਹੈ। ਹਾਂ ਬਿਲਕੁਲ ਜੀ ਮੈਮ, ਤੁਸੀਂ ਅਧਿਆਪਨ ਦਾ ਸਫ਼ਰ ਕਦੋਂ ਸ਼ੁਰੂ ਕੀਤਾ ਸੀ? ਮੈਂ 1986 ਦੇ ਵਿੱਚ ਅਪੋਇੰਟ ਹੋਈ ਸੀ। ਗਵਰਨਮੈਂਟ ਕਾਲਜ ਤਲਵਾੜਾ ਵਿਖੇ ਮੇਰੀ ਪਹਿਲੀ ਅਪੋਇੰਟਮੈਂਟ ਸੀਗੀ ਐਜ਼ ਅ ਲੈਕਚਰਰ ਇਨ ਫਿਜ਼ਿਕਸ ਡਿਪਾਰਟਮੈਂਟ। ਤਲਵਾੜੇ ਤੋਂ ਬਾਅਦ ਫਿਰ ਮੈਂ ਮਲੇਰਕੋਟਲੇ ਸਰਵਿਸ ਕੀਤੀ, ਗਵਰਨਮੈਂਟ ਕਾਲਜ ਮਲੇਰਕੋਟਲਾ, ਫਿਰ ਰਿਪੂ ਦਮਨ ਕਾਲਜ ਨਾਭਾ,
ਫਿਰ ਉਸ ਤੋਂ ਬਾਅਦ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ, ਉੱਥੋਂ ਹੀ ਮੈਂ ਰਿਟਾਇਰ ਹੋਈ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਤੋਂ। ਅਤੇ ਫਿਜ਼ਿਕਸ ਪੜ੍ਹਾਉਂਦੀ ਰਹੀ ਇੰਨੇ ਸਾਲ। ਇਹਦੇ ਨਾਲ ਨਾਲ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਸੀ ਕਿ ਘਰ ਦੀਆਂ ਜ਼ਿੰਮੇਵਾਰੀਆਂ ਉਹ ਤਾਂ ਨਾਲ ਹੀ ਚੱਲਦੀਆਂ ਨੇ, ਹੈ ਨਾ। ਔਰਤ ਹੋਏ ਚਾਹੇ ਮਰਦ ਹੋਏ, ਉਹ ਜ਼ਿੰਮੇਵਾਰੀਆਂ ਆਪਣੇ ਆਪਣੇ ਜਿਹੜੇ ਵੀ ਉਹਨਾਂ ਦੇ ਡਿਊਟੀਜ਼ ਹੁੰਦੀਆਂ ਉਹ ਨਿਭਾਉਣੀਆਂ ਹੀ ਪੈਂਦੀਆਂ। ਪੁਰਾਣੇ ਸਮਿਆਂ 'ਚ ਇੱਦਾਂ ਹੁੰਦਾ ਸੀ ਕਿ ਔਰਤਾਂ ਸਿਰਫ ਘਰ ਦਾ ਕੰਮ ਕਰਦੀਆਂ ਸੀ ਅਤੇ ਮਰਦ ਜਿਹੜੇ ਸੀ ਉਹ ਬਾਹਰ ਦਾ ਕੰਮ ਸੰਭਾਲ ਲੈਂਦੇ ਸੀ। ਅਤੇ ਜ਼ਿੰਮੇਵਾਰੀਆਂ ਥੋੜ੍ਹੀਆਂ ਮੈਂ ਸਮਝਦੀ ਹਾਂ ਕਿ ਲਿਮਿਟਿਡ ਸੀਗੀਆਂ। ਅੱਜ ਦੀ ਔਰਤ ਜਿਹੜੀ ਹੈ ਉਹ ਘਰ 'ਚ ਬੰਦ ਨਹੀਂ ਰਹਿਣਾ ਚਾਹੁੰਦੀ, ਉਹ ਵਿਕਸਿਤ ਹੈ ਇਸ ਵੇਲੇ। ਉਹ ਚਾਹੁੰਦੀ ਹੈ ਕਿ ਮੈਂ ਬਾਹਰ ਵੀ ਆਪਣੀ ਪਹਿਚਾਣ ਬਣਾਵਾਂ ਅਤੇ ਬਾਹਰ ਜਾਣ ਦੇ ਨਾਲ ਬੱਚਿਆਂ ਨੂੰ ਬਿਹਤਰ ਤਰੀਕੇ ਨਾਲ ਉਹ ਪਾਲ ਸਕਦੀ ਹੈ, ਮੈਨੂੰ ਇਹ ਲੱਗਦਾ ਹੈ। ਜੀ ਕਿਉਂਕਿ ਜਿੰਨੇ ਲੋਕਾਂ ਨਾਲ ਉਹ ਇੰਟਰੈਕਟ ਕਰਦੀ ਹੈ, ਜਿੰਨਾ ਉਹ ਕੰਮ ਕਰਦੀ ਹੈ ਬਾਹਰ ਜਾ ਕੇ, ਜਿਹੜੇ ਫੀਲਡਸ ਦੇ ਵਿੱਚ ਉਹ ਵਿਚਰਦੀ ਹੈ ਜਾ ਕੇ, ਉਹਨਾਂ ਸਾਰਿਆਂ ਤੋਂ ਉਹ ਐਕਸਪੀਰੀਅੰਸ ਲੈ ਕੇ ਘਰ ਆਉਂਦੀ ਹੈ। ਉਸ ਐਕਸਪੀਰੀਅੰਸ ਦੇ ਨਾਲ ਜਦੋਂ ਆਪਦੇ ਬੱਚੇ ਪਾਲਦੀ ਹੈ, ਉਹ ਬਿਹਤਰ ਬੱਚੇ ਪਾਲਦੀ ਹੈ। ਉਹ ਸੰਸਕਾਰ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਇੱਕ ਭਵਿੱਖ ਲਈ ਤਿਆਰ ਕਰਨਾ। ਭਵਿੱਖ ਲਈ ਤਿਆਰ ਕਰਨਾ, ਔਰ ਬੱਚਿਆਂ ਨੂੰ ਅੱਜ ਦੀ ਦੁਨੀਆ 'ਚ ਵਿਚਰਨ ਵਾਸਤੇ ਵੀ ਤਿਆਰ ਕਰਨਾ। ਜੀ ਆਪਣੀਆਂ ਬੇਟੀਆਂ ਨੂੰ ਉਸ ਤਰੀਕੇ ਨਾਲ ਤਿਆਰ ਕਰਨਾ ਜਿਸ ਤਰ੍ਹਾਂ ਦੀ ਸਮਾਜ ਤਵੱਕੋ ਰੱਖਦਾ ਉਹਨਾਂ ਤੋਂ। ਇਹ ਆਪਣੇ ਨਾਲ ਇੱਕ ਐਡਿਡ ਜ਼ਿੰਮੇਵਾਰੀ ਹੈ, ਇੱਕ ਬੋਝ ਹੈ ਜਿਹੜਾ ਐਕਸਟਰਾ ਆਪਣੇ ਉੱਤੇ ਹੈਗਾ। ਜੀ ਔਰ ਇਸ ਜ਼ਿੰਮੇਵਾਰੀ ਨੂੰ ਆਪਾਂ ਖੁਸ਼ੀ-ਖੁਸ਼ੀ ਝੱਲ ਵੀ ਰਹੇ ਹਾਂ ਅਤੇ ਝੱਲਣ ਨੂੰ ਤਿਆਰ ਵੀ ਹਾਂ। ਉਹਦਾ ਕਾਰਨ ਇਹ ਹੈ ਕਿ ਇਹਦੇ 'ਚ ਹੀ ਆਪਣਾ ਵਿਕਾਸ ਹੈ। ਔਰ ਜਿਵੇਂ ਬਿਲਕੁਲ। ਤੁਸੀਂ ਹੁਣੇ ਗੱਲ ਕਹਿ ਕੇ ਚੁੱਕੇ ਹੋ ਕਿ ਜਿੱਥੇ ਆਪਾਂ ਜੌਬ ਕਰਦੇ ਹਾਂ, ਉਹ ਆਪਣੇ ਸਵੈ ਵਿਕਾਸ ਦੇ ਲਈ ਵੀ ਆਪਾਂ ਨੂੰ ਉਹ ਪੇ ਕਰਦੇ ਨੇ ਬਲਕਿ। ਸੋ ਬਿਲਕੁਲ ਠੀਕ ਗੱਲ ਤੁਸੀਂ ਕਹੀ ਹੈ। ਮੈਮ ਤੁਸੀਂ ਸਮੇਂ ਦਾ ਬਦਲਾਅ ਦੇਖਿਆ, ਜਨਰੇਸ਼ਨ ਗੈਪ ਤੁਸੀਂ ਦੇਖਿਆ ਹੈ। ਬਹੁਤ ਸਾਰੀਆਂ ਜਨਰੇਸ਼ਨਸ ਦੇ ਨਾਲ, ਖਾਸ ਕਰਕੇ ਜਦੋਂ ਅਸੀਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਹਾਂ ਤਾਂ ਯੂਥ ਦੇ ਨਾਲ ਅਸੀਂ ਲਗਾਤਾਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨਾਲ ਵਿਚਰਦੇ ਹਾਂ। ਤੁਸੀਂ ਅੱਜ ਕੱਲ੍ਹ ਦੇ ਬੱਚੇ ਵੀ ਦੇਖੇ, ਤੁਸੀਂ ਖੁਦ ਉਹ ਸਮਾਂ ਵੇਖਿਆ ਜਦੋਂ ਤੁਸੀਂ ਕਿਹਾ ਸੀ ਕਿ ਤੁਸੀਂ ਡਾਕਟਰ ਸਾਹਿਬ ਨੂੰ ਮਿਲਣ ਲਈ ਤੁਸੀਂ ਜਲੰਧਰ ਜਿਹੜਾ ਹੈ ਉਹ ਇੱਕ ਨੌਕਰੀ ਕੀਤੀ ਦੂਰਦਰਸ਼ਨ ਦੇ ਨਾਲ, ਤਾਂ ਕਿ ਤੁਸੀਂ ਬਹਾਨੇ ਸਿਰ ਉੱਥੇ ਜਾਓ ਵੀਕਲੀ ਪ੍ਰੋਗਰਾਮ ਕਰਨ ਲਈ ਤੇ ਡਾਕਟਰ ਸਾਹਿਬ ਨੂੰ ਮਿਲ ਕੇ ਆ ਸਕੋ। ਆਪਣੇ ਪਤੀ ਨੂੰ ਮਿਲਣ ਲਈ ਵੀ ਇਹ ਇੱਕ ਵੱਖਰੀ ਤਰ੍ਹਾਂ ਦਾ ਸੰਘਰਸ਼ ਸੀ। ਬਿਲਕੁਲ। ਮੇਰਾ ਜਦੋਂ ਵਿਆਹ ਹੋਇਆ ਰਣਦੀਪ, ਉਦੋਂ ਮੈਂ MSc ਸੈਕਿੰਡ ਈਅਰ 'ਚ ਸੀਗੀ। MSc ਸੈਕਿੰਡ ਈਅਰ ਕਰ ਰਹੀ ਸੀ ਪਟਿਆਲੇ, ਅਤੇ ਡਾਕਟਰ ਸਾਹਿਬ ਮੇਰੇ ਹਸਬੈਂਡ ਜਿਹੜੇ ਨੇ ਉਹ ਸੀਗੇ ਉੱਥੇ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਪੋਸਟਡ ਸੀਗੇ। ਜੀ ਅਤੇ ਮੇਰਾ ਸਹੁਰਾ ਪਰਿਵਾਰ ਵੀ ਪਟਿਆਲੇ ਸੀਗਾ ਅਤੇ ਮੇਰਾ ਪੇਕਾ ਪਰਿਵਾਰ ਵੀ ਪਟਿਆਲੇ ਸੀਗਾ। ਅਤੇ ਮੈਂ ਓਬਵੀਅਸਲੀ ਸ਼ਾਦੀ ਹੋ ਚੁੱਕੀ ਸੀ ਮੇਰੀ, ਅਤੇ ਮੈਂ ਸਹੁਰਿਆਂ ਦੇ ਨਾਲ ਹੀ ਰਹਿੰਦੀ ਸੀ। ਅਤੇ ਡਾਕਟਰ ਸਾਹਿਬ ਦੀਆਂ ਡਿਊਟੀਜ਼ ਬਹੁਤ ਜ਼ਿਆਦਾ ਐਜ਼ ਅ ਸਰਜਨ ਭਾਰੀ ਹੁੰਦੀਆਂ ਸੀਗੀਆਂ, ਤਾਂ 15 ਦਿਨ ਤੋਂ ਪਹਿਲਾਂ ਉਹ ਪਟਿਆਲੇ ਵਿਜ਼ਿਟ ਨਹੀਂ ਸੀ ਕਰ ਸਕਦੇ। ਅਤੇ ਫਿਰ ਅਸੀਂ ਰਲ ਕੇ ਸਲਾਹ ਬਣਾਈ ਬਈ ਇੱਕ ਹਫ਼ਤੇ ਮੈਂ ਆ ਜਾਇਆ ਕਰੂੰਗਾ, ਇੱਕ ਹਫ਼ਤੇ ਤੂੰ ਆ ਜਾਇਆ ਕਰੀ। ਹੁਣ ਸਹੁਰਿਆਂ 'ਚ ਇਹ ਕਹਿਣ ਲੱਗਿਆਂ ਉਹ ਸਮੇਂ ਦਾ ਫ਼ਰਕ ਸੀਗਾ, ਸ਼ਰਮ ਆਉਂਦੀ ਸੀ ਕਿ ਬਈ ਮੈਂ ਚੱਲੀ ਹਾਂ ਅੰਮ੍ਰਿਤਸਰ। ਮਤਲਬ ਅਗਲਿਆਂ ਨੂੰ ਐਂ ਹੁੰਦਾ ਸੀ ਵੀ ਹੁਣ ਤਾਂ ਹੋ ਕੇ ਗਿਆ ਉਹ, ਅਤੇ ਹੁਣ ਤੂੰ ਕੀ ਕਰਨ ਚੱਲੀ ਹੈ। ਫਿਰ ਜਲੰਧਰ ਦੂਰਦਰਸ਼ਨ 'ਤੇ ਇੱਕ ਵਾਰ ਆਡੀਸ਼ਨ ਨਿਕਲਿਆ। ਸਟੇਜ 2 'ਤੇ ਜਾਣ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਸੀਗਾ, ਬਚਪਨ ਤੋਂ। ਮੇਰੇ ਤਾਇਆ ਜੀ ਮੇਰੇ ਰੋਲ ਮਾਡਲ ਸੀਗੇ, ਬੜੇ ਅੱਛੇ ਸਪੀਕਰ ਸੀਗੇ ਅਤੇ ਬਹੁਤ ਸੋਹਣਾ ਬੋਲਦੇ ਸੀ। ਅਤੇ ਉਹਨਾਂ ਨੇ ਸ਼ੁਰੂ ਤੋਂ ਹੀ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਇਹ ਸਾਰੇ ਕੰਮ ਕਾਰ ਦੀ। ਅਤੇ ਮੈਂ ਉਹ ਆਡੀਸ਼ਨ ਵਾਸਤੇ ਅਪਲਾਈ ਕਰਤਾ, ਅਤੇ ਜਦੋਂ ਮੈਂ ਸਿਲੈਕਟ ਹੋਈ ਅਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਮੈਰਿਟ 'ਚ ਨੰਬਰ 1 ਹੈਗੇ ਹੋ, ਤੁਸੀਂ ਚੂਜ਼ ਕਰੋ ਕਿ ਤੁਸੀਂ ਕਿਹੜਾ ਲੈਣਾ ਹੈ, ਆਹ ਪ੍ਰੋਗਰਾਮ ਸਾਡੇ ਕੋਲ ਹੈਗੇ ਆ। ਮੈਂ ਕਿਹਾ ਮੈਨੂੰ ਉਹ ਪ੍ਰੋਗਰਾਮ ਚਾਹੀਦਾ ਜਿਹੜਾ ਸ਼ੁੱਕਰਵਾਰ ਨੂੰ ਰਿਕਾਰਡ ਹੁੰਦਾ ਹੋਵੇ, ਸ਼ਨੀਵਾਰ ਸਵੇਰੇ ਰਿਕਾਰਡ ਹੁੰਦਾ ਹੋਵੇ, ਮੈਂ ਉਹ ਪ੍ਰੋਗਰਾਮ ਕਰੂੰਗੀ। ਉਹ ਕਹਿੰਦੇ ਫਿਰ 2 ਪ੍ਰੋਗਰਾਮ ਨੇ, ਇੱਕ ਹੈਗਾ ਖਤ ਕੇ ਲੀਏ ਸ਼ੁਕਰੀਆ, ਉਹਦੇ ਵਾਸਤੇ ਤੁਹਾਨੂੰ ਪਹਿਲਾਂ ਇੱਕ ਦਿਨ ਆਉਣਾ ਪਊਗਾ ਸ਼ੁੱਕਰਵਾਰ ਨੂੰ, ਅਤੇ ਦੂਜਾ ਹੈਗਾ ਜਵਾਂ ਤਰੰਗ ਯੂਥ ਪ੍ਰੋਗਰਾਮ ਸੀਗਾ, ਉਹਦੇ ਵਾਸਤੇ ਤੁਸੀਂ ਸਵੇਰੇ ਵੀ ਆ ਸਕਦੇ ਹੋ। ਮੈਂ ਕਿਹਾ ਜੀ ਸਵੇਰ ਵਾਲਾ ਠੀਕ ਹੈ, ਕਿਉਂਕਿ ਸ਼ੁੱਕਰਵਾਰ ਤੱਕ ਤਾਂ ਮੇਰੀਆਂ ਕਲਾਸਿਸ ਹੁੰਦੀਆਂ ਸੀਗੀਆਂ। ਸੋ ਮੈਂ ਫਿਰ ਸ਼ਨੀਵਾਰ ਨੂੰ ਸਵੇਰੇ 5:40 ਦੀ ਬੱਸ ਲੈ ਲੈਣੀ ਅਤੇ ਨਕੋਦਰ ਚੌਂਕ ਉਤਰ ਜਾਣਾ। ਨਕੋਦਰ ਚੌਂਕ ਉਤਰ ਕੇ ਮੈਂ ਆਪਣੀ ਰਿਕਾਰਡਿੰਗ ਕਰਾਉਣੀ 2 ਘੰਟੇ, ਅਤੇ ਉਹ 2 ਘੰਟੇ ਸਵਾ ਘੰਟੇ ਬਾਅਦ ਮੈਂ ਆਪਦਾ ਅੰਮ੍ਰਿਤਸਰ ਪਹੁੰਚ ਜਾਣਾ। ਅਤੇ 1-1.5 ਦਿਨ ਫਿਰ ਅਸੀਂ ਇਕੱਠੇ ਰਹਿਣਾ ਉੱਥੇ, ਰਹਿ ਕੇ ਅਤੇ ਫਿਰ ਮੈਂ ਵਾਪਸ ਆ ਜਾਣਾ, ਅਤੇ ਅਗਲੇ ਹਫ਼ਤੇ ਡਾਕਟਰ ਸਾਹਿਬ ਨੇ ਆ ਜਾਣਾ। ਜਿੱਥੋਂ ਤੱਕ ਹੁਣ ਸਮੇਂ ਦੀ ਗੱਲ ਹੈ,
ਹੁਣ ਇਹੋ ਜੀ ਕੋਈ ਕੋਈ ਦਿੱਕਤ ਨਹੀਂ ਕੋਈ ਹੈ। ਲੁਕ ਲੁਕਾ ਵਾਲੀ ਗੱਲ ਨਹੀਂ ਹੈਗੀ। ਤੇ ਹੁਣ ਤਾਂ ਸੱਸਾਂ ਮਾਵਾਂ ਵੀ ਜਿਹੜੀਆਂ ਹੈਗੀਆਂ ਉਹ ਸਾਡੇ ਵਰਗੀਆਂ ਹੋ ਗਈਆਂ ਜਿਨ੍ਹਾਂ ਨੇ ਆਪ ਇਹੋ ਜਿਹਾ ਕੁਝ ਕੀਤਾ ਹੋਇਆ। ਉਹ ਆਪ ਹੀ ਕਹਿ ਦਿੰਦੇ ਆ ਬੇਟੇ ਕੁਆਲਿਟੀ ਟਾਈਮ ਸਪੈਂਡ ਕਰੋ, ਤੁਸੀਂ ਇਕੱਠੇ ਰਹੋ, ਘੁੰਮੋ ਫਿਰੋ, ਇਹੀ ਉਮਰ ਹੈ ਇਹ ਵੋ। ਤੇ ਪਹਿਲਾਂ ਇਹੋ ਜੀ ਜਿਹੜੀ ਖੁੱਲ੍ਹ ਸੀਗੀ ਉਹ ਕੋਈ ਮਨਾ ਤਾਂ ਨਹੀਂ ਸੀਗਾ, ਪਰ ਇੱਕ ਝਾਕਾ ਹੁੰਦਾ ਸੀਗਾ। ਤੇ ਜਿੱਥੋਂ ਤੱਕ ਕਾਲਜ ਦੇ ਮਾਹੌਲ ਦਾ ਸਵਾਲ ਹੈ, ਬਹੁਤ ਜ਼ਿਆਦਾ ਫਰਕ ਪੈ ਗਿਆ ਸੀ ਰਣਦੀਪ। ਜਦੋਂ ਮੈਂ ਜੁਆਇਨ ਕੀਤਾ ਤੇ ਜਦੋਂ ਮੈਂ ਜੌਬ ਤੋਂ ਰਿਟਾਇਰ ਹੋਈ ਹਾਂ, ਬਹੁਤ ਜ਼ਿਆਦਾ ਫਰਕ ਪੈ ਗਿਆ ਸੀਗਾ। ਕਾਲਜ ਦੇ ਵਿੱਚ ਲੜਕਿਆਂ ਦਾ ਲੜਕੀਆਂ ਦਾ ਆਪਸ ਦੇ ਵਿੱਚ ਜਿਹੜਾ ਵਿਚਰਨ ਦਾ ਮਾਹੌਲ ਸੀਗਾ, ਉਹ ਖਾਸ ਤੌਰ ਤੇ ਬਹੁਤ ਬਦਲਾਅ ਆਇਆ। ਬਹੁਤ ਬਦਲਾਅ ਆਇਆ। ਕਈ ਵਾਰੀ ਆਪ ਨੂੰ ਬੱਚਿਆਂ ਨੂੰ ਬੈਠਿਆਂ ਦੇਖ ਕੇ ਬੈਂਚ ਦੇ ਉੱਤੇ ਇਕੱਠੇ ਬੈਠੇ ਹੋਣਾ, ਉਹਨਾਂ ਨੇ ਬਾਹਰ ਸ਼ਰਮ ਆ ਜਾਂਦੀ ਸੀਗੀ ਕਿ ਬਈ ਇਹ ਪਬਲਿਕਲੀ ਬੱਚੇ ਕਿਸ ਤਰ੍ਹਾਂ ਬੈਠੇ ਨੇ। ਕਈ ਵਾਰੀ ਮਨ 'ਚ ਇਹ ਖਿਆਲ ਆਉਂਦਾ ਸੀ ਖੌਰੇ ਮੈਂ ਹੀ ਇਸ ਤਰ੍ਹਾਂ ਦੇ ਵਿਚਾਰ ਰੱਖਦੀ ਹਾਂ, ਦਕੀਆਨੂਸੀ ਜਿਹਨੂੰ ਕਹਿੰਦੇ ਪੁਰਾਣੇ ਖਿਆਲਾਤ ਮੇਰੇ ਨੇ, ਜਾਂ ਕਹਿ ਲਓ ਕਿ ਉਹ ਬੱਚਿਆਂ ਦੇ ਸੰਸਕਾਰ ਗਲਤ ਸੀਗੇ। ਪਰ ਮੈਨੂੰ ਪਬਲਿਕਲੀ ਉਸ ਤਰ੍ਹਾਂ ਬੈਠੇ ਬੱਚੇ ਕਾਲਜ ਦੇ ਵਿੱਚ ਕਦੀ ਵੀ ਪਚਿਆ ਨਹੀਂ ਮੈਨੂੰ ਉਹ ਮਾਹੌਲ ਜਿਹੜਾ ਹੈਗਾ ਅਖੀਰ ਤੱਕ। ਤੇ ਕਈ ਵਾਰ ਤਾਂ ਟੋਕ ਦੇਈਦਾ ਸੀਗਾ, ਤੇ ਕਈ ਵਾਰੀ ਅੱਖਾਂ ਦੇ ਇਸ਼ਾਰੇ ਨਾਲ ਕੁਛ ਇੱਦਾਂ ਦਾ ਐਕਸਪ੍ਰੈਸ਼ਨ ਦੇਈਦਾ ਸੀਗਾ ਕਿ ਲੜਕੀਆਂ ਜਿਹੜੀਆਂ ਸੀ ਉਹ ਸੰਭਲ ਕੇ ਬਹਿ ਜਾਂਦੀਆਂ ਸੀ ਤੇ ਉੱਠ ਜਾਂਦੀਆਂ ਸੀਗੀਆਂ ਉੱਥੋਂ। ਤੇ ਹਾਲੇ ਤੱਕ ਤਾਂ ਇੰਨਾ ਚੱਲ ਗਿਆ। ਆਉਣ ਵਾਲੇ ਸਮੇਂ 'ਚ ਅੱਗੇ ਕੀ ਬਣੂਗਾ ਮੈਂ ਕੁਝ ਕਹਿ ਨਹੀਂ ਸਕਦੀ, ਕਿਉਂਕਿ ਇਹ ਬੜਾ ਵੱਡਾ ਸਵਾਲ ਹੈ ਕਿ ਜਿਹੜੀ ਔਰਤ ਕਹਿੰਦੀ ਹੈ ਨਾ ਕਿ ਮੈਂ ਸੁਤੰਤਰਤਾ ਲੈਣੀ ਹੈ ਤੇ ਮੈਂ ਅੱਗੇ ਵਧਣਾ ਹੈਗਾ। ਸੁਤੰਤਰਤਾ ਦੇ ਗਲਤ ਮਾਇਨੇ ਜਿਹੜੇ ਨੇ ਨਾ ਉਹ ਜ਼ਿਆਦਾ ਪ੍ਰਚਲਿਤ ਹੋ ਗਏ ਨੇ। ਆਜ਼ਾਦੀ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ ਆਜ਼ਾਦੀ ਗਲਤ ਤਰੀਕੇ ਵੱਲ ਜਿਹੜੀ ਹੈ ਨਾ ਜਾਣੀ, ਉਹ ਆਪਣੇ ਵਾਸਤੇ ਮਾਰੂ ਹੋ ਚੱਲੀ ਹੈ। ਆਜ਼ਾਦੀ ਛੋਟੇ ਕੱਪੜੇ ਪਾਉਣ 'ਚ, ਆਜ਼ਾਦੀ ਆਪਣੇ ਸੰਸਕਾਰਾਂ ਨੂੰ ਛੱਡ ਕੇ ਪੱਛਮੀ ਸੰਸਕਾਰ ਲੈਣ 'ਚ। ਹੁਣ ਪੱਛਮੀ ਸੰਸਕਾਰਾਂ ਦਾ ਜਿੱਥੋਂ ਤੱਕ ਸਵਾਲ ਹੈ, ਮੈਂ ਤਾਂ ਹੁਣ ਮੇਰਾ ਬੱਚਾ ਇੱਕ ਅਮਰੀਕਾ 'ਚ ਸੈਟਲਡ ਹੈ ਤੇ ਮੈਂ ਕੈਨੇਡਾ, ਅਮਰੀਕਾ, ਯੂਰਪ ਮੇਰਾ ਚੱਕਰ ਲੱਗਦਾ ਹੀ ਰਹਿੰਦਾ ਤੇ ਹਰ ਸਾਲ 'ਚ ਮੇਰੇ 2 ਗੇੜੇ ਹੁੰਦੇ ਨੇ ਬਾਹਰਲੇ ਮੁਲਕਾਂ 'ਚ। ਉਹਨਾਂ ਦੀ ਕਲਚਰ ਤਾਂ ਇੰਨੀ ਵਧੀਆ ਹੈਗੀ ਹੈ ਕਈ ਪੱਖੋਂ ਕਿ ਜਿੰਨੀ ਤਾਰੀਫ ਕਰੀਏ ਉਨੀ ਘੱਟ ਹੈ। ਆਪਾਂ ਤਾਂ ਉਹਨਾਂ ਦਾ ਉਹ ਪੱਖ ਚੱਕ ਲਿਆ ਜਿਹਦੇ ਬਾਰੇ ਆਪਾਂ ਜਾਣਦੇ ਵੀ ਨਹੀਂ ਹੈਗੇ। ਜੇ ਆਪਾਂ ਦੇਖੀਏ ਕਿ ਅਸੀਂ ਉਹ ਪੱਖ ਚੱਕੇ ਨੇ ਕਿ ਜਿਨ੍ਹਾਂ ਬਾਰੇ ਆਪਾਂ ਨੂੰ ਨੌਲੇਜ ਹੀ ਨਹੀਂ ਹੈਗੀ। ਉਹ ਲੋਕ ਟਾਈਮ ਦੇ ਪਾਬੰਦ ਨੇ, ਉਹ ਲੋਕ ਸਿੰਸੀਅਰ ਨੇ ਆਪਣੀ ਡਿਊਟੀ ਦੇ ਪ੍ਰਤੀ, ਉਹ ਲੋਕ ਪ੍ਰੋਫੈਸ਼ਨਲ ਨੇ। ਉਹ ਜਦੋਂ ਕੋਈ ਕੰਮ ਹੈ, ਕੋਈ ਸਮਝ ਲਓ ਕੋਈ ਮਿਸਤਰੀ ਹੈ, ਕੋਈ ਤੁਹਾਡੇ ਘਰੇ ਕੋਈ ਇਲੈਕਟ੍ਰੀਸ਼ੀਅਨ ਆਇਆ ਹੈ, ਤੁਸੀਂ ਕਿਸੇ ਨੂੰ ਠੇਕਾ ਦਿੱਤਾ ਹੈ ਕਿਸੇ ਵੀ ਕੰਮ ਦਾ ਕਰਨ ਦਾ, ਉਹ ਤੁਹਾਨੂੰ ਵਾਚ ਕਰਨ ਦੀ ਲੋੜ ਨਹੀਂ ਹੈਗੀ ਉੱਥੇ। ਉਹ ਆਪਦੀ ਡਿਊਟੀ ਨੂੰ ਸਿੰਸੀਅਰ ਨੇ। ਕੋਈ ਡਾਕਟਰ ਹੈ, ਕੋਈ ਨਰਸ ਹੈ, ਉਹ ਜਿਹੜਾ ਕੋਈ ਬੰਦਾ ਜਿੱਥੇ ਜਾ ਰਿਹਾ ਹੈ, ਈਵਨ ਕੋਈ ਸਫਾਈ ਕਰਮਚਾਰੀ ਵੀ ਹੈਗਾ, ਜੋ ਕਰ ਰਿਹਾ ਤਾਂ ਉਹਨੇ ਆਪਦੀ ਤਨਦੇਹੀ ਨਾਲ ਕੰਮ ਕਰਨਾ ਹੈਗਾ, ਉਹਨੂੰ ਕਿਸੇ ਨੂੰ ਸੁਪਰਵਾਈਜ਼ ਕਰਨ ਦੀ ਲੋੜ ਨਹੀਂ ਹੈਗੀ। ਇੱਥੇ ਥੋੜ੍ਹਾ ਜਿਹਾ ਸਿਸਟਮ ਫਰਕ ਹੈ। ਇੱਥੇ ਹਰ ਬੰਦਾ ਸਿੰਸੀਅਰ ਨਹੀਂ ਹੈਗਾ। ਇੱਥੇ ਸਰਕਾਰੀ ਨੌਕਰੀ 'ਚ ਵੀ ਤੁਸੀਂ ਦੇਖ ਲਓ ਕਿ ਲੱਗਣ ਤੋਂ ਪਹਿਲਾਂ ਹੀ ਲੋਕ ਕਹਿ ਦਿੰਦੇ ਨੇ ਕਿ ਐਸ਼ ਕਰਨ ਨੂੰ ਮਾਸਟਰੀ ਤੇ ਪੈਸੇ ਕਮਾਉਣ ਨੂੰ ਡਾਕਟਰੀ। ਇਹ ਮੁਹਾਵਰਾ ਹੈ। ਬੜਾ ਸੁਣ ਕੇ ਅਫਸੋਸ ਹੁੰਦਾ ਸੀਗਾ ਵੀ ਐਸ਼ ਕਰਨ ਨੂੰ ਮਾਸਟਰੀ ਨਹੀਂ ਹੁੰਦੀ। ਸਾਰੀ ਉਮਰ ਮੈਂ ਕਾਲਜ ਪੜ੍ਹਾਇਆ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਪੱਖੋਂ ਵੀ 1 ਰੁਪਏ ਦੀ ਵੀ ਬੱਚਤ ਹੁੰਦੀ ਹੋਵੇ ਜੇ ਅਸੀਂ ਆਪਣੇ ਜੌਬ ਦੇ ਪੁਆਇੰਟ ਆਫ ਵਿਊ ਨਾਲ ਅਸੀਂ ਪੇਮੈਂਟ ਨੂੰ ਦੇਖੀਏ ਕਿ ਜਿੰਨੇ ਸਾਨੂੰ ਪੈਸੇ ਮਿਲਦੇ ਸੀ। ਬਿਲਕੁਲ ਮੈਮ, ਅਧਿਆਪਕ ਦਾ ਰੁਤਬਾ ਹੀ ਐਡਾ ਵੱਡਾ ਹੈ ਕਿ ਰਾਸ਼ਟਰ ਨਿਰਮਾਤਾ ਕਿਹਾ ਜਾਂਦਾ ਹੈ। ਘਰੋਂ ਲੈਕਚਰ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਲਾਸਟ ਡੇ ਤੱਕ, ਕਿਉਂਕਿ ਜਦ ਤੱਕ ਟੀਚਰ ਜਿਹੜਾ ਹੈ ਉਹ ਪੜ੍ਹਦਾ ਨਹੀਂ ਰਹਿੰਦਾ, ਜਦ ਤੱਕ ਉਹ ਵਧੀਆ ਟੀਚਰ ਪੜ੍ਹਾ ਨਹੀਂ ਸਕਦਾ। ਤੁਸੀਂ ਸਿਰਫ ਇਹ ਨਹੀਂ ਹੁੰਦਾ ਕਿ ਫਿਜ਼ਿਕਸ ਦੇ 4 ਫਾਰਮੂਲੇ ਜਾ ਕੇ ਪੜ੍ਹਾਉਣੇ ਹੁੰਦੇ ਸੀ ਮੈਂ, ਨਾਲ ਹੋਰ ਬਹੁਤ ਕੁਝ ਹੁੰਦਾ ਹੈ ਜਿਹੜਾ ਬੱਚਿਆਂ ਨੂੰ ਐਡੀਸ਼ਨਲ ਦੱਸਿਆ ਜਾ ਸਕਦਾ ਕਿ ਅੱਜ ਕੱਲ੍ਹ ਕੀ ਹੋ ਰਿਹਾ ਹੈਗਾ। ਅੱਜ ਕੱਲ੍ਹ ਤਾਂ ਬੇਟੇ ਇਹ ਜਿਹੜਾ ਤੁਹਾਨੂੰ ਪੜ੍ਹਾ ਰਹੇ ਹੈਗੇ ਆ ਇਹ ਕੁਝ ਹੋਰ ਪੜ੍ਹਾ ਰਹੇ ਆ, ਅੱਜ ਕੱਲ੍ਹ ਗੱਲ ਇੱਥੇ ਪਹੁੰਚ ਚੁੱਕੀ, ਇਹ ਤੁਸੀਂ ਨਾਲ ਦੀ ਨਾਲ ਦੱਸਣਾ ਸਿਲੇਬਸ ਤੋਂ ਬਾਹਰ ਹੋ ਕੇ। ਸੋ ਇਹਦੇ ਲਈ ਤੁਹਾਨੂੰ ਅਬਰੈਸਟ ਰਹਿਣਾ ਪੈਂਦਾ, ਤੁਹਾਨੂੰ ਸਮੇਂ ਦੇ ਨਾਲ ਚੱਲਣਾ ਪੈਂਦਾ। ਸੋ ਟੀਚਰ ਦਾ ਇਹ ਕੰਮ ਹੋ ਗਿਆ। ਫਿਰ ਉਹਨਾਂ ਦੀ ਜਿਹੜੀਆਂ ਤੁਸੀਂ ਕੋਈ ਅਸੈਸਮੈਂਟਸ ਕਰਨੀਆਂ ਨੇ, ਤੁਸੀਂ ਕੋਈ ਹੋਰ ਉਹਨਾਂ ਦੇ ਅਸਾਈਨਮੈਂਟਸ ਦੇਣੀਆਂ, ਉਹਨਾਂ ਨੂੰ ਚੈੱਕ ਕਰਨਾ, ਉਹਨਾਂ ਨੂੰ ਕੰਮ ਲਾ ਕੇ ਰੱਖਣਾ ਹੈ, ਉਹਨਾਂ ਨੂੰ ਇਸ ਤਰ੍ਹਾਂ ਕਰਕੇ ਰੱਖਣਾ ਹੈ ਕਿ ਤੁਹਾਡੀ ਕਲਾਸ 'ਚ ਆਉਂਦੇ ਰਹਿਣ। ਇਹ ਵੀ ਬਹੁਤ ਵੱਡੀ ਸਮੱਸਿਆ ਅੱਜ ਕੱਲ੍ਹ। ਬਹੁਤ ਵੱਡੀ ਹੈ। ਅਸੀਂ ਤਾਂ ਕਲਾਸ ਮਿਸ ਕਰਨ ਲੱਗਿਆ ਸਾਡੀ ਜਾਨ ਨਿਕਲਦੀ ਸੀ, ਜੇ ਟੀਚਰ ਕਿਤੇ ਮਿਲ ਜੇ ਲੁਕਦੇ ਫਿਰਦੇ ਸੀ। ਅੱਜ ਕੱਲ੍ਹ ਇਹ ਹਾਲ ਹੋ ਗਿਆ। ਮੈਂ ਦੇਖਿਆ ਕਲਾਸਾਂ ਦੇ ਬਾਹਰ ਬੱਚੇ ਬੈਠੇ ਹੁੰਦੇ ਸੀ, ਟੀਚਰ ਦੇ ਸਾਹਮਣੇ ਜਾ ਕੇ ਬਾਹਰ ਬਹਿ ਜਾਂਦੇ ਸੀ। ਸੋ ਤੁਸੀਂ ਉਸ ਹਾਲਾਤ 'ਚ ਨਾ ਆ ਜਾਓ, ਤੁਹਾਡੀ ਕਲਾਸ ਦਾ ਕੋਈ ਵੀ ਬੱਚਾ ਇੱਦਾਂ ਨਾ ਕਰ ਸਕੇ, ਉਹਦੇ ਲਈ ਤੁਹਾਨੂੰ ਜਾਨ ਲਾਉਣੀ ਪੈਂਦੀ ਹੈ ਆਪਣੇ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ। ਐਜ਼ ਅ ਟੀਚਰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਸਭ ਤੋਂ ਵੱਡਾ ਕੰਮ ਹੈ। ਤੁਸੀਂ ਕੋਈ ਧਰਮ ਗ੍ਰੰਥ ਤਾਂ ਪੜ੍ਹ ਕੇ ਸੁਣਾ ਨਹੀਂ ਰਹੇ ਵੀ ਅੰਨ੍ਹੇਵਾਹ ਲੋਕੀ ਤੁਹਾਡੇ ਮਗਰ ਲੱਗੇ।
ਤੁਸੀਂ ਗੱਲਾਂ ਉਹ ਕਰ ਰਹੇ ਹੋ ਜਿਹੜੀ ਬੱਚੇ ਨੂੰ ਪੜ੍ਹਾ ਕੇ ਜਿਹੜੀਆਂ ਲੋਕੀ ਕਲਾਸ 'ਚ ਬਹਿਣ ਨੂੰ ਤਿਆਰ ਨਹੀਂ ਹੈਗੇ, ਤੁਸੀਂ ਉਹ ਪੜ੍ਹਾ ਰਹੇ ਹੋ। ਫਿਜ਼ਿਕਸ ਪੜ੍ਹਾ ਰਹੇ ਹੋ ਤੁਸੀਂ, ਤਾਂ ਕੋਈ ਕਲਾਸ 'ਚ ਆਏਗਾ ਨਾ ਤੁਹਾਡੀ ਰੋਜ਼ 'ਚ, ਤੁਸੀਂ ਚੰਗੀ ਤਰ੍ਹਾਂ ਪੜ੍ਹਾਓਗੇ ਤਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੱਛਮੀ ਦੇਸ਼ਾਂ ਦਾ ਜੋ ਸੱਭਿਆਚਾਰ ਆਪਾਂ ਨੇ ਚੁੱਕਿਆ, ਉਹ ਸੱਭਿਆਚਾਰ ਚੁੱਕਣਯੋਗ ਨਹੀਂ ਹੈ। ਜੋ ਚੱਕਣ ਵਾਲੀਆਂ ਚੀਜ਼ਾਂ ਨੇ ਉਹ ਉਹ ਆਪਾਂ ਨੇ ਸਿਲਾਈਆਂ ਨਹੀਂ ਨਹੀਂ। ਚੱਕੀਆਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਮੈਂ ਲੜਕੀਆਂ ਦੇ ਮਾਮਲੇ 'ਚ ਦੇਖੀਆਂ ਕਿ ਜਿਹੜਾ ਆਪਣੇ ਸੱਭਿਆਚਾਰ ਦੇ ਵਿੱਚ ਗਿਰਾਵਟ ਆ ਰਹੀ ਹੈ ਭੇਡ ਚਾਲ ਦੇ ਰੂਪ 'ਚ, ਉਹ ਫਰਕ ਹੈ। ਮੈਮ ਜਿਵੇਂ ਤੁਸੀਂ ਕਿਹਾ ਕਿ ਸ਼ਾਇਦ ਜਨਰੇਸ਼ਨ ਗੈਪ ਕਰਕੇ ਤੁਸੀਂ ਸੋਚਿਆ ਕਿ ਕੁਝ ਚੀਜ਼ਾਂ ਤੁਹਾਡੀ ਤੇ ਸਾਡੀ ਜਨਰੇਸ਼ਨ ਦੇ ਵਿੱਚ ਵੀ ਫਰਕ ਹੈ। ਅਧਿਆਪਨ ਦੇ ਕਿੱਤੇ ਦੇ ਨਾਲ ਮੈਂ ਵੀ ਸੰਬੰਧਿਤ ਹਾਂ, ਤਾਂ ਉਹੀ ਚੀਜ਼ਾਂ ਜੋ ਤੁਹਾਨੂੰ ਮਹਿਸੂਸ ਹੋਇਆ ਸੱਚਮੁੱਚ ਉਹ ਅੱਜ ਦੇ ਸਮੇਂ ਦੇ ਹਰ ਅਧਿਆਪਕ ਦੀ ਕਿਤੇ ਨਾ ਕਿਤੇ ਜਿਹੜਾ ਇਖਲਾਕੀ ਤੌਰ 'ਤੇ ਜੋ ਕਿਤੇ ਸਤਰਕ ਹੈ ਉਹਦੀ ਇਹ ਸਮੱਸਿਆ ਹੈ ਕਿ ਉਹਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਹੀ ਨੇ। ਡਾਕਟਰ ਕੁਲਦੀਪ ਸਿੰਘ ਦੀਪ ਲਿਖਦੇ ਨੇ, ਉਹ ਕਹਿੰਦੇ ਕਿ ਅਧਿਆਪਕ ਹੋਣਾ ਮਾਂ ਹੋਣ ਵਰਗਾ ਹੁੰਦਾ ਹੈ, ਤੇ ਜਿਹਦੇ 'ਚ ਮਮਤਾ ਨਹੀਂ ਉਹ ਹੋਰ ਕੁਝ ਵੀ ਹੋ ਸਕਦਾ, ਉਹ ਅਧਿਆਪਕ ਨਹੀਂ ਹੋ ਸਕਦਾ। ਅਧਿਆਪਕ ਨਹੀਂ ਹੋ ਸਕਦਾ, ਕਿਉਂਕਿ ਇੱਕ ਮਾਂ ਨੇ ਬੱਚੇ ਨੂੰ ਬਹੁਤ ਕੁਝ ਸਿਖਾਉਣਾ ਹੁੰਦਾ, ਸਿਰਫ ਕਿਤਾਬੀ ਗਿਆਨ ਨਹੀਂ, ਦੁਨੀਆਦਾਰੀ ਦੀ ਸਮਝ ਵੀ ਦੇਣੀ ਹੁੰਦੀ ਹੈ। ਤਾਂ ਕਈ ਵਾਰ ਸੱਚਮੁੱਚ ਅਜਿਹਾ ਮਾਹੌਲ ਹੁੰਦਾ ਹੈ ਕਿ ਅਸੀਂ ਇਹ ਸੋਚਣ 'ਤੇ ਮਜਬੂਰ ਹੋ ਜਾਂਦੇ ਸੀ ਕਿ ਇਹ ਬੱਚੇ ਜਦੋਂ ਘਰੋਂ ਆਉਂਦੇ ਨੇ ਤਾਂ ਕੀ ਇਹਨਾਂ ਨੂੰ ਮਾਪੇ ਨਹੀਂ ਦੇਖਦੇ ਕਿ ਕਿਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਤੁਸੀਂ ਐਗਜ਼ੈਕਟਲੀ ਕਾਲਜ ਆ ਰਹੇ ਹੋ। ਤਾਂ ਕਿਤੇ ਨਾ ਕਿਤੇ ਉੱਥੇ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਲਈ, ਜਿਵੇਂ ਅਸੀਂ ਕਹਿੰਦੇ ਨਾ ਕਿ ਅਸੀਂ ਸਾਡੀ ਜਿਹੜੀ ਬੋਲ ਬਾਣੀ ਹੈ, ਸਾਡੀ ਸ਼ਖਸੀਅਤ ਹੈ, ਉਹ ਸਾਡੇ ਪਰਿਵਾਰ ਦਾ ਇੱਕ ਤਰ੍ਹਾਂ ਦਾ ਸ਼ੀਸ਼ਾ ਹੈ। ਬਿਲਕੁਲ, ਲੋਕੀ ਦੇਖਦੇ ਨੇ ਸਾਨੂੰ ਕਿ ਕਿਸ ਤਰ੍ਹਾਂ ਦੇ ਪਰਿਵਾਰ ਤੋਂ ਹੋ ਤੁਸੀਂ, ਕਿਸ ਤਰ੍ਹਾਂ ਦੇ ਪਰਿਵਾਰ ਤੋਂ ਆਏ। ਰਣਦੀਪ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਸੇ ਗੱਲ ਨੂੰ ਮੈਂ ਅੱਗੇ ਵਧਾ ਰਹੀ ਹੈਗੀ ਹਾਂ। ਮੈਂ ਲੰਘਣਾ ਨਾ ਕਲਾਸ ਲੈਣ ਜਾਣਾ, ਤਾਂ ਰਸਤੇ 'ਚ ਮੁੰਡਿਆਂ ਨੇ ਖੜੇ ਹੋਣਾ ਅਤੇ ਆਪਸ 'ਚ ਮਾਂ ਭੈਣ ਦੀ ਗਾਲ ਕੱਢ ਕੇ ਉਹਨਾਂ ਨੇ ਗੱਲ ਸ਼ੁਰੂ ਕਰਨੀ। ਇਹ ਨਹੀਂ ਗੱਲ ਕਿ ਉਹਨਾਂ ਦਾ ਮਤਲਬ ਹੁੰਦਾ ਸੀ ਉਸ ਗਾਲ ਤੋਂ, ਉਹ ਗਾਲ ਉਹਨਾਂ ਦੇ ਮੂੰਹ ਚੜੀ ਹੁੰਦੀ ਸੀਗੀ, ਮਤਲਬ ਸਮਝੇ ਤੋਂ ਬਗੈਰ। ਸੋ ਉਹੀ ਗੱਲ ਹੈ ਕਿ ਟੀਚਰ ਚਾਹੇ ਵਿਚਰ ਰਿਹਾ ਹੈਗਾ, ਚਾਹੇ ਤੁਰ ਰਿਹਾ ਹੈਗਾ, ਉਹਨੇ ਹਰ ਵੇਲੇ ਸੰਸਕਾਰ ਵੀ ਨਾਲ ਨਾਲ ਦੇਣੇ ਨੇ। ਜਿਹੜਾ ਮੋਰਲ ਲੈਕਚਰ ਹੈ ਉਹ ਤਾਂ ਨਾਲ ਨਾਲ ਹੀ ਚੱਲਦਾ ਨਾ ਆਪਣੇ ਟੀਚਰਾਂ ਦੇ, ਆਪਾਂ ਦੇ ਹੀ ਜਾਣਾ ਹੁੰਦਾ। ਅਤੇ ਮੈਂ ਉੱਥੇ ਰੁਕ ਜਾਣਾ, ਮੈਂ ਉਹਨੂੰ ਕਹਿਣਾ ਬੇਟਾ ਆਹ ਜਿਹੜਾ ਹੁਣ ਤੂੰ ਬੋਲਿਆ ਸੀਗਾ ਇਹਦਾ ਕੀ ਮਤਲਬ ਹੈ ਤੈਨੂੰ ਪਤਾ? ਅਤੇ ਇਹ ਤੂੰ ਕਿੱਥੋਂ ਸਿੱਖਿਆ? ਤਾਂ ਇਹ ਜਿਹੜਾ ਹੈਗਾ ਆਪਣੀ ਮੰਮਾ ਨੂੰ ਫ਼ੋਨ ਮਿਲਾ, ਮੈਂ ਗੱਲ ਕਰਾਂ ਉਹਨਾਂ ਨਾਲ, ਉਹਨਾਂ ਦਾ ਮਤਲਬ ਸ਼ਾਇਦ ਇਸ ਗੱਲ ਦਾ ਮਤਲਬ ਤੇਰੀ ਮੰਮਾ ਨੂੰ ਪਤਾ ਹੋਵੇ। ਅਤੇ ਨਹੀਂ ਮੈਮ, ਨਹੀਂ ਮੈਮ, ਨਹੀਂ ਮੈਮ, ਸੌਰੀ ਮੈਮ, ਸੌਰੀ ਮੈਮ। ਨਹੀਂ ਬੇਟਾ ਸੌਰੀ ਦੀ ਗੱਲ ਨਹੀਂ ਕਰਦੀ, ਮੈਂ ਤੇਰੀ ਮੰਮਾ ਨੂੰ ਇਹ ਪੁੱਛਣਾ ਵੀ ਇਹ ਗੱਲ ਦਾ ਮਤਲਬ ਕੀ ਹੈ, ਕਿਉਂਕਿ ਮੈਨੂੰ ਨਹੀਂ ਪਤਾ ਇਸ ਗੱਲ ਦਾ ਮਤਲਬ ਕੀ ਹੁੰਦਾ ਹੈ। ਅਤੇ ਤੇਰੇ ਪਾਪਾ ਵੀ ਇਹ ਗੱਲ ਕੱਢਦੇ ਆ ਤੇਰੇ ਮੰਮਾ ਨੂੰ ਹਰ ਵੇਲੇ ਜਾਂ ਵੈਸੇ? ਅਤੇ ਨਹੀਂ ਮੈਮ, ਸੌਰੀ ਮੈਮ। ਅਤੇ ਮੈਂ ਕਹਿਣਾ ਨਹੀਂ ਬੇਟੇ, ਗੱਲ ਤਾਂ ਅੱਜ ਕਰਨੀ ਪਊ, ਤੇਰੀ ਮੰਮਾ ਨੂੰ ਪੁੱਛਣਾ ਪੈਣਾ, ਕਿਉਂਕਿ ਜਦੋਂ ਕਿਸੇ ਔਰਤ ਨੇ ਕਿਸੇ ਮਰਦ ਦੀ ਗਾਲ ਸੁਣੀ ਹੈ, ਉਹਨੇ ਆਪਣੇ ਬੱਚਿਆਂ ਦੇ ਪ੍ਰਤੀ ਜ਼ੁਲਮ ਕਮਾਇਆ। ਜੇ ਉਹਦੀ ਧੀ ਹੈਗੀ ਹੈ ਤਾਂ ਧੀ ਨੂੰ ਉਹਨੇ ਇਹ ਸਮਝਣ ਲਾਤਾ ਕਿ ਗਾਲਾਂ ਜਿਹੜੀਆਂ ਨੇ ਇਹ ਸੁਣਨ ਵਾਸਤੇ ਹੁੰਦੀਆਂ ਨੇ, ਅਤੇ ਗਾਲਾਂ ਸੁਣਨ 'ਚ ਕੋਈ ਫਰਕ ਨਹੀਂ ਪੈਂਦਾ ਹੁੰਦਾ, ਇਹ ਤਾਂ ਆਈ ਗਈ ਕਰੀ ਦੀ ਹੁੰਦੀ ਹੈ। ਅਤੇ ਜੇ ਉਹਦਾ ਔਲਾਦ ਜਿਹੜੀ ਉਹ ਲੜਕਾ ਹੈ ਅਤੇ ਲੜਕੇ ਨੂੰ ਇਹ ਸਮਝਾ ਰਹੀ ਹੈ ਉਹ ਗੱਲ ਸਹਿ ਕੇ ਕਿ ਗਾਲਾਂ ਜਿਹੜੀਆਂ ਨੇ ਇਹ ਕੱਢੀ ਦੀਆਂ ਹੁੰਦੀਆਂ ਨੇ, ਔਰਤ ਬਣੀ ਗਾਲਾਂ ਸੁਣਨ ਵਾਸਤੇ ਹੈ, ਇਹ ਮਾਂ ਭੈਣ ਦੀ ਗੱਲ ਦਾ ਕੋਈ ਮਤਲਬ ਖਾਸ ਨਹੀਂ ਹੁੰਦਾ। ਸੋ ਗਾਲ ਸੁਣਨਾ, ਗਾਲ ਸਹਿਣਾ, ਕੁੱਟ ਖਾਣਾ ਅਤੇ ਕੁੱਟ ਸਹਿਣਾ, ਇਹ ਸਾਰੀਆਂ ਚੀਜ਼ਾਂ ਇਹ ਨਾ ਸੋਚੋ ਕਿ ਆਪਾਂ ਬਹੁਤ ਸਹਿਨਸ਼ੀਲ ਹੋ ਗਏ ਹਾਂ। ਸਹਿਨਸ਼ੀਲਤਾ ਹੋਰ ਚੀਜ਼ ਹੁੰਦੀ ਹੈ, ਔਰ ਜਿਹੜਾ ਜ਼ੁਲਮ ਸਹਿਣਾ ਜਾਂ ਗਲਤ ਗੱਲ ਨੂੰ ਬੜਾਵਾ ਦੇਣਾ ਉਹ ਹੋਰ ਚੀਜ਼ ਹੁੰਦੀ ਹੈ। ਸਟ੍ਰਿਕਟਲੀ ਸਮਝਾ ਕੇ ਇੱਕ ਵਾਰੀ ਗੱਲ ਕਹੀ ਜਾ ਸਕਦੀ ਹੈ ਕਿ ਮੈਨੂੰ ਇਹ ਪਸੰਦ ਨਹੀਂ ਹੈਗਾ, ਮੈਂ ਗਾਲ ਨਹੀਂ ਸੁਣ ਸਕਦੀ, ਮੇਰੇ ਕੰਮ 'ਚ ਕੋਈ ਕਮੀ ਹੈ, ਤੁਸੀਂ ਮੈਨੂੰ ਸਮਝਾ ਦਿਓ, ਮੈਂ ਕਰ ਦੂੰਗੀ। ਹਰ ਔਰਤ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਨਾ। ਇਹ ਨਹੀਂ ਕਿ ਤੁਸੀਂ ਕੁੱਟ ਖਾਓ, ਬੱਚਿਆਂ 'ਤੇ ਗਲਤ ਅਸਰ ਪੈਂਦਾ। ਪਰ ਸਭ ਤੋਂ ਵੱਡੀ ਸਮੱਸਿਆ ਮੈਮ ਸਾਡੇ ਸਮਾਜ ਦੇ ਵਿੱਚ ਇਹ ਹੈ ਕਿ ਸੈਲਫ ਕੇਅਰ ਜਾਂ ਸੈਲਫ ਲਵ ਨਾਮ ਦੀ ਚੀਜ਼ ਹੀ ਸਾਡੀਆਂ ਔਰਤਾਂ ਨੂੰ ਨਹੀਂ ਪਤਾ, ਹੈ ਨਾ। ਸ਼ਹਿਰਾਂ ਦਾ ਮਾਹੌਲ ਮੈਮ ਫਿਰ ਵੀ ਵੱਖਰਾ ਹੋਏਗਾ, ਪਿੰਡਾਂ ਦੇ ਵਿੱਚ ਤਾਂ 40 ਜਾਂ 45 ਪਲੱਸ ਜਦੋਂ ਹੋ ਜਾਂਦੀਆਂ, ਹੈ ਨਾ, 45 ਤੋਂ ਉੱਤੇ ਹੋ ਕੇ ਉਹ ਗੂੜੇ ਰੰਗਾਂ ਦੇ ਕੱਪੜੇ ਪਾਉਣੇ ਛੱਡ ਦਿੰਦੀਆਂ ਨੇ। ਉਹਨਾਂ ਨੂੰ ਲੱਗਦਾ ਕਿ ਜਾਂ ਆਪਣੀ ਦੇਖਭਾਲ ਉਹ ਬਿਲਕੁਲ ਛੱਡ ਦਿੰਦੀਆਂ, ਉਹਨਾਂ ਨੂੰ ਲੱਗਦਾ ਕਿ ਹੁਣ ਤਾਂ ਬੱਚੇ ਵੱਡੇ ਹੋ ਗਏ, ਹੁਣ ਅਸੀਂ ਸੱਜ ਸਵਰ ਕੇ ਕੀ ਲੈਣਾ। ਆਪਣੇ ਆਪ ਨੂੰ ਪਿਆਰ ਕਰਨਾ ਮਤਲਬ ਖੁਦ ਨੂੰ ਹੀ ਆਪਣੀ ਜ਼ਿੰਦਗੀ ਦੇ ਵਿੱਚੋਂ ਘਟਾਉਣਾ ਸ਼ੁਰੂ ਕਰ ਦਿੰਦੀਆਂ ਨੇ। ਤਾਂ ਜਿੱਥੇ ਇੱਕ ਮਾਂ ਦਾ ਰਵੱਈਆ ਇਹ ਹੈ ਨਾ, ਬੱਚਾ ਉੱਥੇ ਕੀ ਦੇਖ ਕੇ ਸਿੱਖੇਗਾ? ਕਿਤੇ ਨਾ ਕਿਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਇਹ ਬੀਜ ਉਹਨਾਂ ਦੇ ਮਨ ਦੇ ਵਿੱਚ ਪਾ ਰਹੇ ਹਾਂ।
ਰਣਦੀਪ, ਮੈਨੂੰ ਇਹ ਲੱਗਦਾ ਹੈ ਕਿ 40 ਸਾਲ ਤੱਕ ਤਾਂ 45 ਸਾਲ ਤੱਕ ਤਾਂ ਨਾ ਵੈਸੇ ਜ਼ਿੰਮੇਵਾਰੀਆਂ ਹੀ ਬਹੁਤ ਹੁੰਦੀਆਂ ਹੈ। ਜ਼ਿੰਮੇਵਾਰੀਆਂ ਇੰਨੀਆਂ ਹੁੰਦੀਆਂ ਹੈ ਕਿ ਸੈਲਫ ਲਵ ਨਾਮ ਦੀ ਕੋਈ ਚੀਜ਼ ਮੈਨੂੰ ਵੀ ਯਾਦ ਨਹੀਂ ਕਿ ਮੈਨੂੰ ਸੀਗਾ। ਆਪਣੇ ਕੱਪੜਿਆਂ ਵੱਲ, ਆਪਣੇ ਕੋਈ ਮੇਕਅਪ ਵੱਲ ਜਾਂ ਆਪਣੇ ਕਿਸੇ ਹੋਰ ਪਰਸੂਟ ਵੱਲ ਇੱਦਾਂ ਦਾ ਜਿਹੜਾ ਮੇਰੇ ਵਾਸਤੇ ਹੀ ਹੋਵੇ ਸਿਰਫ, ਖਾਬ ਖਿਆਲ ਵੀ ਨਹੀਂ ਆਉਂਦਾ, ਕਿਉਂਕਿ ਬੱਚਿਆਂ ਦੇ ਕਰੀਅਰ ਇੰਨੇ ਇੰਪੋਰਟੈਂਟ ਹੁੰਦੇ ਹੈ ਉਸ ਵੇਲੇ। ਜੇ ਤੁਸੀਂ ਬਾਅਦ ਵਾਲੀ ਜ਼ਿੰਦਗੀ ਜਿਹੜੀ ਹੈ, ਜਿਸ ਜ਼ਿੰਦਗੀ 'ਚ ਮੈਂ ਹੁਣ ਹੈਗੀ ਹਾਂ, ਜਿਸ ਸਮੇਂ ਦੇ ਵਿੱਚ ਮੈਂ ਹੁਣ ਹੈਗੀ ਹਾਂ, ਜਦੋਂ ਮੇਰੇ ਬੱਚੇ ਸੈਟਲ ਹੋ ਚੁੱਕੇ, ਜੇ ਉਦੋਂ ਤੁਸੀਂ ਆਰਾਮ ਨਾਲ ਆਪਣੇ ਪਿਛਲੇ ਸਮੇਂ ਨੂੰ ਕੱਟਣਾ ਹੈ ਅਤੇ ਰਹਿਣਾ ਹੈ, ਤਾਂ ਤੁਹਾਨੂੰ ਉਹ 20-30 ਸਾਲ ਜਿਹੜੇ ਨੇ ਮਿਡਲ ਏਜ ਵਾਲੇ, ਉਹ ਤੁਹਾਨੂੰ ਮਿਹਨਤ ਬਹੁਤ ਕਰਨੀ ਪੈਂਦੀ ਹੈ। ਮੈਨੂੰ ਯਾਦ ਹੈ ਜਦੋਂ ਮੇਰੇ ਬੱਚੇ +2 'ਚ ਹੁੰਦੇ ਸੀਗੇ, 10+1 10+2 ਆ, ਮੈਡੀਕਲ ਬੱਚੇ ਸਾਰੇ ਡਾਕਟਰ ਨੇ ਮੇਰੇ, ਅਤੇ ਇਹਨਾਂ ਉਹਦੇ ਜਾਣ ਵਾਸਤੇ, ਪ੍ਰੋਫੈਸ਼ਨ 'ਚ ਜਾਣ ਵਾਸਤੇ ਤੁਹਾਨੂੰ ਪਤਾ ਹੀ ਹੈ +1 +2 'ਚ ਘਰਾਂ ਦਾ ਮਾਹੌਲ ਕਿਹੋ ਜਿਹਾ ਹੁੰਦਾ ਕਿ ਬਿਲਕੁਲ ਹੀ ਜਿਵੇਂ ਸ਼ਾਂਤੀ ਰੱਖਣੀ ਪੈਂਦੀ ਹੈ, ਬੋਲਣਾ ਨਹੀਂ ਪੈਂਦਾ, ਅਤੇ ਰਾਤ ਨੂੰ ਪੜ੍ਹਨਾ ਬੱਚਿਆਂ ਨੇ। ਕਿਉਂ +1 +2 ਕਿਉਂ, ਈਵਨ ਜਦੋਂ MS ਦੇ ਕੰਪੀਟੀਸ਼ਨ ਦਿੱਤੇ ਬੱਚਿਆਂ ਨੇ MD MS 'ਚ ਜਾਣ ਵਾਸਤੇ, ਉਸ ਤੋਂ ਬਾਅਦ ਮੇਰੇ ਬੇਟੇ ਨੇ ਜਦੋਂ MCH ਵਾਸਤੇ ਕੰਪੀਟ ਕੀਤਾ, ਅਤੇ 400 ਸੀਟਾਂ ਹੁੰਦੀਆਂ ਸੀ ਸਾਰੇ ਹਿੰਦੁਸਤਾਨ ਦੇ ਵਿੱਚ, ਅਤੇ ਪੂਰੀ ਕਰੀਮ ਜੂਝ ਰਹੀ ਹੁੰਦੀ ਸੀ ਉਹਦੇ ਵਾਸਤੇ। ਇੱਕ ਸੀਟ ਪਿੱਛੇ ਜਾਨ ਨਿਕਲਦੀ ਸੀਗੀ, ਅੱਧੇ ਨੰਬਰ ਪਿੱਛੇ ਸੀਟ ਹੱਥੋਂ ਨਿਕਲ ਜਾਂਦੀ ਸੀਗੀ। ਇੰਨੇ ਕੰਪੀਟੀਸ਼ਨ 'ਚ ਜਦੋਂ ਬੱਚਾ ਲੰਘ ਰਿਹਾ ਹੋਏ, ਅਤੇ ਇੱਕ ਮਾਂ ਜਿਹੜੀ ਹੈ ਉਹ ਸੈਲਫ ਲਵ ਵੱਲ ਜਾ ਹੀ ਨਹੀਂ ਸਕਦੀ ਉਸ ਉਮਰ 'ਚ। ਬਿਲਕੁਲ। ਉਸ ਵੇਲੇ ਤਾਂ ਇਹ ਹੁੰਦਾ ਸੀਗਾ ਵੀ ਬੇਟੇ ਆਪਾਂ ਨੇ ਆਹ ਸੀਟ ਲੈਣੀ ਹੈ ਇਸ ਵਾਰੀ ਤੇਰੀ ਹੋਈ ਹੈ। ਅਤੇ ਜਦੋਂ ਉਹਨੇ ਰਾਤ ਨੂੰ ਪੜ੍ਹਨਾ, ਅਤੇ ਮੈਂ ਕੀ ਕਰਦੀ ਹੁੰਦੀ ਸੀ, ਮੈਂ ਰਸੋਈ 'ਚ ਜਾ ਕੇ ਅਤੇ ਕੋਈ ਹੋਰ ਕੰਮ ਕਰੀ ਜਾਣਾ। ਕੋਈ ਵੀ ਰਸੋਈ 'ਚ ਤਾਂ ਹੁਣ 100 ਕੰਮ ਹੁੰਦੇ ਨੇ, ਤੁਸੀਂ ਕੋਈ ਦਾਲ ਦੂਜੇ ਭਾਂਡੇ 'ਚ ਪਾ ਲਓ, ਕੋਈ ਛੋਟਾ ਭਾਂਡਾ ਵੱਡੇ 'ਚ ਕਰ ਲਓ, ਕੋਈ ਹੋਰ ਕਰ ਲਓ। ਮੈਂ ਮਤਲਬ ਕਿ ਖੜਕਾ ਦੜਕਾ ਹਲਕਾ ਫੁਲਕਾ ਕਰੀ ਜਾਣਾ, ਆਪਦੇ ਕੰਮ ਕਰੀ ਜਾਣੇ, ਅਤੇ ਵੀ ਤਾਂ ਕਿ ਉਹਨੂੰ ਇਹ ਲੱਗੇ ਕਿ ਰਾਤ ਨਹੀਂ ਹੈਗੀ, ਦੁਨੀਆ ਹੋਰ ਵੀ ਜਾਗ ਰਹੀ ਹੈ, ਮੈਂ ਇਕੱਲਾ ਨਹੀਂ ਜਾਗ ਰਿਹਾ। ਉਹਨੂੰ ਦਿਨ ਲੱਗੇ, ਕਿਉਂਕਿ ਉਹ ਰਾਤ ਨੂੰ ਪੜ੍ਹ ਰਿਹਾ ਹੁੰਦਾ ਸੀਗਾ, ਅਤੇ ਮੈਂ ਲੱਗੀ ਰਹਿੰਦੀ। ਉਹਨੇ ਸਗੋਂ ਮੈਨੂੰ ਕਹਿਣਾ, ਮੰਮਾ ਤੁਸੀਂ ਜਾ ਕੇ ਸੋ ਜਾਓ, ਤੁਸੀਂ ਕਿਉਂ ਜਾਗ ਰਹੇ ਹੋ, ਕੀ ਤੁਸੀਂ ਇਹ ਦਿਨ ਵੇਲੇ ਕਰਿਆ ਕਰੋ ਕੰਮ। ਬੇਟੇ ਦਿਨ ਵੇਲੇ ਮੇਰੇ ਕੋਲ ਟਾਈਮ ਨਹੀਂ ਹੁੰਦਾ, ਮੈਂ ਕਾਲਜ ਜਾਣਾ ਹੁੰਦਾ, ਅਤੇ ਮੈਂ ਆਪਦਾ ਕੰਮ ਕਰ ਰਹੀ ਹਾਂ, ਤੈਨੂੰ ਕੀ ਪ੍ਰੋਬਲਮ ਹੈ, ਮੈਂ ਆਪਣਾ ਕੰਮ ਕਰ ਰਹੀ ਹਾਂ, ਤੂੰ ਆਪਣਾ ਪੜ੍ਹ ਲੈ। ਮੇਰੀ ਮਨਸ਼ਾ ਇਹ ਹੁੰਦੀ ਸੀਗੀ ਵੀ ਇਹਨੂੰ ਇਹ ਲੱਗੇ ਕਿ ਦਿਨ ਹੈ, ਤਾਂ ਉਹਦੇ 'ਚ ਬੇਟੇ ਕਦੋਂ ਤਾਂ ਪਾਰਲਰ ਸੁੱਜੂਗਾ, ਅਤੇ ਸਵੇਰੇ ਤਾਂ ਫਿਰ ਇਹੀ ਹੁੰਦਾ ਵੀ ਕਾਲਜ ਵੀ ਜਾਣਾ ਅਤੇ ਨੀਂਦ ਵੀ ਪੂਰੀ ਕਰਨੀ ਹੈ, ਅਤੇ ਫਿਰ ਰਾਤ ਨੂੰ ਫਿਰ ਅਗਲੀ ਰਾਤ ਵੀ ਉਹਨੇ ਪੜ੍ਹਨਾ ਹੈਗਾ, ਅਤੇ ਤੁਸੀਂ ਖਿਆਲ ਕਰਨਾ ਉਹਦਾ। ਅਤੇ ਸਵੇਰੇ ਵੀ ਬੱਚਿਆਂ ਦੇ ਅਲਾਰਮ ਅਸੀਂ ਆਪ ਹੁੰਦੇ ਸੀਗੇ, ਪਤਾ ਹੁੰਦਾ ਸੀ ਰਾਤੀ ਇੰਨੇ ਵਜੇ ਸੁੱਤਾ ਹੈ, 3 ਵਜੇ ਸੁੱਤਾ ਹੈ, ਅਤੇ ਇਹਨੂੰ ਹਾਲੇ ਨਹੀਂ ਜਗਾਉਣਾ ਹੈਗਾ, ਇਹਨੂੰ 6 ਵਜੇ ਉੱਠੂਗਾ, 7 ਵਜੇ ਉੱਠੂਗਾ। ਬੱਚਿਆਂ ਨੇ ਕਦੀ ਪਸੰਦ ਨਹੀਂ ਕੀਤਾ ਉਸ ਵੇਲੇ ਕਿ ਮਾਂ ਪਿਓ ਦੀ ਸਿਹਤ ਖਰਾਬ ਨਾ ਹੋਵੇ, ਨਾ ਇੱਦਾਂ ਕਰਨ, ਪਰ ਇੱਕ ਅੰਦਰੋਂ ਤਾਂ ਹੁੰਦਾ ਨਾ ਬੰਦੇ ਨੂੰ ਕਿ ਕੰਪੀਟੀਸ਼ਨ 'ਚ ਜਾ ਰਿਹਾ ਹੈਗਾ, ਮੈਂ ਇਹਦੀ ਹੈਲਪ ਕਰਾਂ। ਸੋ ਜਿੱਥੋਂ ਤੱਕ ਰੰਗਾਂ ਦਾ ਸਵਾਲ ਹੈ, ਗੂੜ੍ਹੇ ਰੰਗਾਂ ਦਾ ਸਵਾਲ ਹੈ ਜਾਂ ਕੁਛ ਹੈ, ਉਹ ਕਈ ਵਾਰੀ ਕਲਚਰ ਦਾ ਪਾਰਟ ਹੁੰਦਾ। ਜਿਵੇਂ ਤੁਸੀਂ ਕਹਿ ਰਹੇ ਹੋ ਪਿੰਡਾਂ ਦੇ ਵਿੱਚ, ਜਿਵੇਂ ਹੁਣ ਗੁਆਂਢਣ ਨੇ ਪਾਣੀ ਛੱਡਤੇ, ਤਾਂ ਫਿਰ ਉਹ ਜੇ ਲਾਲ ਸੂਟ ਪਾ ਕੇ ਬੈਠੂਗੀ ਤਾਂ ਮੈਨੂੰ ਲੱਗਦਾ ਉਹਨੂੰ ਨਹੀਂ ਚੰਗਾ ਲੱਗਦਾ ਹੋਣਾ। ਪਰ ਇਸ ਗੱਲ ਦੇ ਮੈਂ ਅਗੇਂਸਟ ਹਾਂ ਕਿ ਜਦੋਂ ਆਪਾਂ ਫ੍ਰੀ ਹੋ ਗਏ, ਹੁਣ ਫ੍ਰੀ ਹੋਣ ਤੋਂ ਬਾਅਦ ਮਤਲਬ ਕੁਛ ਪਾਉਣ ਲਾਉਣ ਲੱਗਿਆ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਹੁਣੇ ਨਹੀਂ ਕਰ ਸਕਦੀ। ਮੈਂ ਇਸ ਗੱਲ ਦੀ ਤਾਂ ਹਾਮੀ ਹਾਂ ਕਿ ਇਸ ਉਮਰ 'ਚ ਵੀ ਹੁਣ ਲਾਈਕ ਹੁਣ ਮੈਂ 60 ਸਾਲ ਦੀ ਹੋਣ ਵਾਲੀ ਹਾਂ, ਅਤੇ 60 ਸਾਲ ਦੀ ਉਮਰ 'ਚ ਵੀ ਮੈਂ ਇੱਦਾਂ ਨਹੀਂ ਸੋਚਦੀ ਕਿ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਮੈਂ ਤਾਂ ਸਾਰਾ ਕੁਝ ਕਰਦੀ ਹਾਂ। ਬਿਲਕੁਲ, ਕਿਉਂਕਿ ਇੱਕੋ ਜ਼ਿੰਦਗੀ ਮਿਲੀ ਹੈ, ਇੱਕੋ ਸਾਨੂੰ ਖੁੱਲ੍ਹ ਜ਼ਿੰਦਗੀ ਕੇ ਮਿਲੀ ਹੈ, ਮਾਣਨੀ ਹਾਂ। ਚਾਹੀਦੀ ਹੈ ਨਾ। ਜਦੋਂ ਤੁਸੀਂ ਆਪਣੇ ਫਰਜ਼ ਪੂਰੇ ਕਰਤੇ, ਉਸ ਤੋਂ ਬਾਅਦ ਤੁਸੀਂ ਇਹ ਸੋਚੋ ਕਿ ਹੁਣੇ ਰੰਗ ਨਾ ਪਾਵਾਂ, ਅਤੇ ਉਸ ਤੋਂ ਬਾਅਦ ਮੈਂ ਇਹ ਜਿੰਮ ਨਾ ਜਾਵਾਂ, ਅਤੇ ਹੁਣ ਮੈਂ ਜਿੰਮ ਵੀ ਜਾਂਦੀ ਹਾਂ, ਅਤੇ ਹੁਣ ਪਟਿਆਲੇ ਮੈਰਾਥਨ ਹੋਈ ਸੀਗੀ 10 ਕਿਲੋਮੀਟਰ ਵਾਲੀ 'ਚੋਂ ਮੈਂ ਮੈਡਲ ਵੀ ਜਿੱਤਿਆ, ਅਤੇ ਸਾਰਾ ਕੁਛ ਕਰਦੀ ਹਾਂ। ਮੈਂ ਤਾਂ ਡਾਂਸ ਸਿੱਖਣਾ ਮੈਂ ਸ਼ੁਰੂ ਕੀਤਾ ਸੀਗਾ, ਪਿੱਛੇ 3 ਮਹੀਨੇ ਮੈਂ ਡਾਂਸ ਸਿੱਖਦੀ ਰਹੀ ਹਾਂ, ਅਤੇ ਹੁਣ ਮੈਨੂੰ ਉਹ ਗਿਟਾਰ ਸਿੱਖਣੀ ਸ਼ੁਰੂ ਕੀਤੀ ਹੈ। ਮੈਂ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਮੈਨੂੰ ਬਹੁਤ ਜ਼ਿਆਦਾ, ਉਹ ਤਾਂ ਮੈਂ ਸ਼ੁਰੂ ਤੋਂ ਹੀ, ਜਦੋਂ ਮੇਰਾ ਦਾਅ ਲੱਗ ਜੇ ਮੈਂ ਕਿਤਾਬ ਤਾਂ ਪੜ੍ਹ ਹੀ ਦਿੰਦੀ ਹਾਂ ਕੋਈ ਨਾ ਕੋਈ। ਅਤੇ ਬਾਕੀ ਵੀ ਕੋਈ ਵੀ ਕੰਮ ਕਰਨਾ ਹੋਏ, ਮੈਂ ਕਦੀ ਇੰਝ ਨਹੀਂ ਸੋਚਿਆ ਕਿ ਮੈਂ ਨਹੀਂ ਕਰ ਸਕਦੀ, ਜਾਂ ਮੈਂ ਹੁਣ ਬੁੱਢੀ ਹੋ ਗਈ, ਜਾਂ ਮੇਰੀ ਉਮਰ ਜ਼ਿਆਦਾ ਹੋ ਗਈ। ਰਹੀ ਗੱਲ ਜੇ ਤੁਸੀਂ ਕਹੋ ਵੀ ਰੰਗ ਰੁੰਗ ਲਾਉਣ ਦੀ, ਵਾਲਾਂ 'ਤੇ ਮੈਂ ਸ਼ੁਰੂ ਤੋਂ ਹੀ ਨਹੀਂ ਲਾਇਆ ਰੰਗ, ਪਰ ਵਾਲ ਚਿੱਟੇ ਮੈਨੂੰ ਕਦੀ ਬੁੱਢਾ ਨਹੀਂ ਕਰ ਸਕੇ, ਇਸ ਪੁਆਇੰਟ ਆਫ ਵਿਊ ਨਾਲ ਕਿ ਮੈਂ ਕੁਛ ਨਹੀਂ ਕਰ ਸਕਦੀ। ਮੈਂ ਸਾਰਾ ਕੁਛ ਹੀ ਜੀ। ਔਰ ਮੈਂ ਸਾਰਿਆਂ ਨੂੰ ਵੀ ਇਹੀ ਕਹਾਂਗੀ, ਤੁਹਾਡੇ ਦਰਸ਼ਕਾਂ ਨੂੰ ਵੀ, ਕਿ ਉਮਰ ਜਿਹੜੀ ਹੈ ਨਾ, ਉਹ ਤੁਹਾਡੇ ਇੱਥੇ ਦਿਲ 'ਚ ਨਹੀਂ ਘਰ ਕਰਨੀ ਚਾਹੀਦੀ। ਦਿੱਖ ਵੱਲੋਂ ਤੁਹਾਡਾ ਨਹੀਂ ਜੀਅ ਕਰਦਾ ਕੁਛ ਕਰਨ ਨੂੰ, ਅਤੇ ਨਾ ਲੋਕਾਂ ਪਿੱਛੇ ਕੋਈ ਦਿਖਾਵਾ ਕਰਨ ਦੀ ਲੋੜ ਹੈ, ਅਤੇ ਨਾ ਲੋਕਾਂ ਪਿੱਛੇ ਕੋਈ ਕੰਮ ਛੱਡਣ ਦੀ ਲੋੜ ਹੈ। ਬਿਲਕੁਲ। ਜਦ ਤੁਸੀਂ ਆਪਣਾ ਮਾਰਕਾ ਮਾਰ ਲਿਆ, ਜਦ ਤੁਸੀਂ ਆਪਦੇ ਬੱਚਿਆਂ ਦੇ ਟਾਈਮ 'ਤੇ ਬੱਚੇ ਸੈੱਟ ਕਰ ਲਏ,
ਤੁਸੀਂ ਆਪ ਵਧੀਆ ਆਪਦੇ ਤਰੀਕੇ ਨਾਲ ਡਿਊਟੀ ਕਰ ਲਈ, ਠੀਕ ਹੈ ਨਾ, ਜਿਹੜੇ ਵੀ ਤੁਸੀਂ ਪ੍ਰੋਫੈਸ਼ਨ 'ਚ ਹੈਗੇ ਹੋ ਤੁਸੀਂ ਵਧੀਆ ਤਰੀਕੇ ਨਾਲ ਆਪਦਾ ਪ੍ਰੋਫੈਸ਼ਨ ਨਿਭਾਤਾ। ਹੁਣ ਇਹ ਉਮਰ ਜਿਹੜੀ ਹੈ ਇਹ ਤੁਹਾਡੀ ਹੈ, ਇਹਦੇ 'ਚ ਕੋਈ ਤੁਹਾਨੂੰ ਟੋਕ ਨਹੀਂ ਸਕਦਾ, ਕੋਈ ਤੁਹਾਨੂੰ ਰੋਕ ਨਹੀਂ ਸਕਦਾ। ਅਤੇ ਜੇ ਕੋਈ ਟੋਕਦਾ ਹੈ ਤਾਂ ਜੇ ਕੋਈ ਰੋਕਦਾ ਹੈ ਤੇ ਫਿਰ ਕੋਈ ਤੁਹਾਡੇ ਤੇ ਬੰਦਿਸ਼ ਨਹੀਂ ਹੋਣੀ ਚਾਹੀਦੀ। ਅਣਸੁਣਿਆ ਕਰ ਦੋ ਸਾਰੀਆਂ ਗੱਲਾਂ ਨਹੀਂ ਸੁਣ ਕੇ। ਸੁਣਨਾ ਤਾਂ ਚਾਹੀਦਾ ਹੀ ਨਹੀਂ ਕਦੀ ਵੀ, ਕਿਉਂਕਿ ਜੇ ਦੁਨੀਆ ਦੀਆਂ ਗੱਲਾਂ ਸੁਣਨ ਲੱਗेंगे ਨਾ ਰਣਦੀਪ, ਫਿਰ ਤਾਂ ਤੁਸੀਂ ਉਹ ਪਹਿਲੇ ਵਾਲੇ ਜਿਹੜੇ 40 ਸਾਲ ਨੇ ਉਹ ਵੀ ਨਹੀਂ ਕੁਛ ਕਰ ਸਕਦੇ। ਕਿ ਮੇਰੇ ਇੱਕ ਰਿਲੇਟਿਵ ਹੈ, ਉਹਨਾਂ ਦੀ ਬੇਟੀ ਜਿਹੜੀ ਸੀ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਇਸੇ ਦੌਰ 'ਚ ਸੀਗੀ ਜਿਹੜੇ ਦੌਰ 'ਚ ਮੇਰੇ ਬੱਚੇ ਲੰਘ ਰਹੇ ਸੀਗੇ। ਅਤੇ ਉਹਨਾਂ ਨੇ ਆਪਦਾ TV ਸੀਰੀਅਲ ਪੂਰੇ ਟਾਈਮ 'ਤੇ ਦੇਖਣਾ, ਉਹਨਾਂ ਨੇ ਆਪਦਾ ਪਾਰਲਰ ਪੂਰੇ ਟਾਈਮ 'ਤੇ ਜਾਣਾ, ਉਹਨਾਂ ਨੇ ਆਪਣਾ ਸੈਲਫ ਲਵ ਕਦੀ ਨਹੀਂ ਛੱਡਿਆ। ਬੱਚੀ ਕੁਛ ਨਹੀਂ ਬਣੀ ਕੋਈ ਗੱਲ ਨਹੀਂ, ਬੱਚੀ ਸੋਹਣੇ ਘਰ 'ਚ ਵਿਆਹੀ ਗਈ, ਵਧੀਆ ਸੈੱਟ ਹੈ, ਉਹ ਕੋਈ ਦਿੱਕਤ ਨਹੀਂ, ਚਲੋ ਕਿਸਮਤ ਦੀ ਗੱਲ ਹੈ। ਪਰ ਬੱਚੀ ਆਪਣੇ ਪੈਰਾਂ 'ਤੇ ਨਹੀਂ ਖੜੀ, ਉਸ ਤਰ੍ਹਾਂ ਨਹੀਂ ਖੜੀ ਜਿਸ ਤਰ੍ਹਾਂ ਮੇਰੇ ਬੱਚੇ ਖੜੇ। ਕਿਉਂਕਿ ਜੇ ਇੱਕ ਮਾਂ ਸੈਲਫ ਸੈਂਟਰਡ ਹੋ ਜੇ ਤਾਂ ਕਿਤੇ ਨਾ ਕਿਤੇ ਅਸੀਂ ਬੱਚੇ ਨਾਲ ਅਨਿਆਂ ਕਰ ਰਹੇ ਹਾਂ। ਬਿਲਕੁਲ। ਔਰ ਹੁਣ ਇਸ ਵੇਲੇ ਬੇਟਾ ਮੇਰਾ ਅਮਰੀਕਾ 'ਚ ਸੈਟਲਡ ਹੈ, ਰੋਬੋਟਿਕ ਯੂਰੋਲੋਜਿਸਟ ਹੈ। ਦੁਨੀਆ ਦਾ ਜਿਹੜਾ ਸਭ ਤੋਂ ਪਹਿਲਾ ਸੈਂਟਰ ਹੈ ਰੋਬੋਟਿਕ ਯੂਰੋਲੋਜੀ ਦਾ, ਪਾਇਨੀਅਰ ਹੈ ਜਿਹੜਾ ਰੋਬੋਟਿਕ ਯੂਰੋਲੋਜੀ ਦੇ ਵਿੱਚ, ਉੱਥੇ ਉਸ ਸੈਂਟਰ 'ਚ ਹੈਨਰੀ ਫੋਰਡ 'ਚ ਕੰਮ ਕਰ ਰਿਹਾ ਉਹ। ਬੇਟੀ ਮੇਰੀ ਹਿੰਦੁਸਤਾਨ ਦੀ ਪਹਿਲੀ ਔਨਕੋਪੈਥੋਲੋਜਿਸਟ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਰਣਦੀਪ, ਮੈਨੂੰ ਇਹ ਲੱਗਦਾ ਕਿ ਮੈਂ ਆਪਦਾ ਕੰਮ ਵਧੀਆ ਤਰੀਕੇ ਨਾਲ ਕਰ ਲਿਆ। ਅਤੇ ਹੁਣ ਜਦੋਂ ਮੇਰੀ ਲਾਈਫ ਹੈਗੀ ਹੈ ਜਿਹੜੀ, ਹੁਣ ਬੱਚੇ ਵੀ ਇਹੀ ਗੱਲ ਕਹਿੰਦੇ ਨੇ ਕਿ ਤੁਸੀਂ ਆਪਣੇ ਵਾਸਤੇ ਜੀਓ, ਹੁਣ ਤਾਂ ਸਾਡੀ ਚਿੰਤਾ ਨਾ ਕਰੋ। ਔਰ ਮੈਂ ਐਕਚੁਅਲੀ ਮੈਂ ਕਰਦੀ ਵੀ ਨਹੀਂ ਹੈਗੀ, ਅਤੇ ਆਪਣੇ ਆਰਾਮ ਨਾਲ ਠਰੱਮੇ ਦੇ ਨਾਲ ਆਪਦੀ ਲਾਈਫ ਬਤੀਤ ਕਰ ਰਹੀ ਹਾਂ। ਜਿੰਨਾ ਕੰਮ ਹੋ ਸਕਦਾ, ਜਿੰਨਾ ਕਰਨ ਨੂੰ ਦਿਲ ਕਰਦਾ ਉਹ ਕਰਦੀ ਹਾਂ। ਸੁਸਾਇਟੀ ਦੇ ਵਿੱਚ ਜੇ ਕਿਸੇ ਨੂੰ ਮੇਰੀ ਹੈਲਪ ਦੀ ਲੋੜ ਹੁੰਦੀ ਹੈ, ਕਿਸੇ ਵੀ ਕਿਸਮ ਦੀ ਹੈਲਪ ਦੀ ਲੋੜ ਹੁੰਦੀ ਹੈ, ਉਹ ਮੈਂ ਆਪਦੇ ਤੌਰ ਤਰੀਕੇ ਦੇ ਨਾਲ ਕਰਦੀ ਰਹਿੰਦੀ ਹਾਂ, ਜਿਹਦੇ ਨਾਲ ਮੈਨੂੰ ਕਹਿੰਦੇ ਨਾ ਜਿਹਨੂੰ ਅੱਗਾ ਸਵਾਰਨਾ ਕਹਿੰਦੇ ਆ, ਪਤਾ ਨਹੀਂ ਅੱਗਾ ਹੈ ਕਿ ਨਹੀਂ, ਮੈਂ ਕੋਈ ਬਹੁਤਾ ਬਿਲੀਵ ਨਹੀਂ ਕਰਦੀ ਪੁਨਰ ਜਨਮ 'ਚ, ਪਰ ਮਤਲਬ ਆਤਮਾ ਨੂੰ ਇਹ ਲੱਗਦਾ ਹੁੰਦਾ ਹੈ ਕਿ ਕੋਈ ਕੰਮ ਕਰਕੇ ਜਿਹੜੀ ਖੁਸ਼ੀ ਮਿਲਦੀ ਹੈ ਉਹਨੂੰ ਮੈਂ ਅੱਗਾ ਸਵਾਰਨ ਵਾਲਾ ਕੰਮ ਕਹਿੰਦੀ ਹੁੰਦੀ ਹਾਂ, ਕਿ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਬੈਨੀਫਿਟ ਜਿਹੜਾ ਮਿਲੇਗਾ, ਉਹਦਾ ਫਲ ਜਿਹੜਾ ਮਿਲੇਗਾ ਉਹ ਮੈਨੂੰ ਵਧੀਆ ਹੀ ਮਿਲੇਗਾ ਜੇ ਅੱਜ ਮੈਂ ਕਿਸੇ ਨੂੰ ਖੁਸ਼ੀ ਦੇ ਰਹੀ ਹਾਂ। ਮੇਰਾ ਮਤਲਬ ਇਹ ਹੁੰਦਾ ਵੀ ਖੁਸ਼ ਰਹਾਂ ਅਤੇ ਲੋਕਾਂ ਨੂੰ ਖੁਸ਼ੀ ਵੰਡਾਂ, ਬਸ ਇਹੀ ਮੇਰਾ ਮਨ ਹੁੰਦਾ। ਜੀ ਮੈਮ, ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮੁੰਡੇ ਵੀ ਨੇ, ਖਾਸ ਕਰਕੇ ਇੱਕ ਚੀਜ਼ ਤੋਂ ਬਹੁਤ ਪ੍ਰੈਸ਼ਰਾਈਜ਼ ਮਹਿਸੂਸ ਕਰਦੇ ਆ, ਉਹ ਇੱਕ ਦਬਾਅ ਉਹਨਾਂ 'ਤੇ ਰਹਿੰਦਾ ਇਸ ਚੀਜ਼ ਦਾ ਕਿ ਪਹਿਲਾਂ ਵਿਆਹ ਕਰਵਾਉਣ ਕਿ ਪਹਿਲਾਂ ਕਰੀਅਰ ਸੈੱਟ ਕਰਨ, ਕਿਉਂਕਿ ਜਦੋਂ ਤੱਕ ਕਰੀਅਰ ਸੈੱਟ ਹੁੰਦਾ ਕਹਿੰਦੇ ਹੁਣ ਵਿਆਹ ਦੀ ਉਮਰ ਨਿਕਲ ਗਈ। ਕੀ ਕਰਨਾ ਚਾਹੀਦਾ ਪਹਿਲਾਂ? ਮੈਨੂੰ ਲੱਗਦਾ ਕਿ ਵਿਆਹ ਤੋਂ ਬਾਅਦ ਤੁਸੀਂ ਕਰੀਅਰ ਦੇ ਨਾਲ ਜ਼ਿਆਦਾ ਕੁਝ ਨਹੀਂ ਕਰ ਸਕਦੇ, ਤੁਹਾਡੇ ਕੋਲ ਮੌਕੇ ਘੱਟ ਜਾਂਦੇ ਆ। ਰਣਦੀਪ, ਇਹ ਸਵਾਲ ਤੁਸੀਂ ਉਸ ਬੰਦੇ ਨੂੰ ਕਰ ਰਹੇ ਹੋ ਜਿਹਦਾ MSc ਸੈਕੰਡ ਈਅਰ 'ਚ ਵਿਆਹ ਹੋ ਗਿਆ ਸੀ। ਅੱਛਾ, ਠੀਕ ਹੈ, ਮੈਂ ਇਸ ਲਈ ਤੁਹਾਨੂੰ ਪੁੱਛਿਆ ਕਿ ਤੁਸੀਂ ਆਪਣਾ ਕਰੀਅਰ ਵਿਆਹ ਤੋਂ ਬਾਅਦ ਬਣਾਇਆ। ਮੇਰਾ ਤਾਂ ਖੈਰ ਪੂਰਾ ਹੀ, ਪਰ ਸਾਡੇ ਵੇਲੇ ਥੋੜ੍ਹਾ ਫਰਕ ਸੀਗਾ। ਸਾਡੇ ਵੇਲੇ ਜੌਬਸ ਕਾਫੀ ਈਜ਼ੀਲੀ ਮਿਲ ਜਾਂਦੀਆਂ ਸੀਗੀਆਂ, ਇੱਕ ਤਾਂ। ਦੂਸਰਾ ਕੀ ਸੀਗਾ ਕਿ ਵੱਡਾ ਕਾਰਨ ਇਹੀ ਸੀਗਾ ਕਿ ਜੌਬ ਸੌਖੀਆਂ ਮਿਲ ਜਾਂਦੀਆਂ ਸੀਗੀਆਂ, ਅਤੇ ਮੈਨੂੰ ਜਿਹੜੀ ਸਹੁਰਾ ਪਰਿਵਾਰ ਮਿਲਿਆ ਉਹ ਬਹੁਤ ਸਪੋਰਟਿਵ ਸੀਗਾ। ਕੰਮ ਤਾਂ ਅਸੀਂ ਬਹੁਤ ਕਰਦੇ ਸੀਗੇ, ਕੋਈ ਨੌਕਰ ਚਾਕਰ ਤਾਂ ਬਹੁਤੇ ਸਾਡੇ ਘਰ 'ਚ ਹੈ ਨਹੀਂ ਸੀਗੇ, ਫਿਜ਼ੀਕਲੀ ਅਤੇ ਅਦਰਵਾਈਜ਼ ਬਹੁਤ ਕੰਮ ਕਰਦੇ ਸੀਗੇ। ਮੇਰੇ ਮਦਰ ਇਨ ਲਾਅ ਵੀ ਵਿਚਾਰੇ ਬੈੱਡ ਰਿਡਨ ਸੀਗੇ, ਅਤੇ ਪਰ ਬਹੁਤ ਇੰਟੈਲੀਜੈਂਟ ਸੀਗੇ। ਉਹਨਾਂ ਨੂੰ ਪੜ੍ਹਾਈ ਦੀ ਕੀਮਤ ਸੀਗੀ ਕਿ ਪੜ੍ਹਨਾ ਕਿਹਨੂੰ ਕਹਿੰਦੇ ਆ, ਅਤੇ ਮੇਰੇ ਸਾਰੇ ਸਹੁਰੇ ਪਰਿਵਾਰ ਦੇ ਵਿੱਚ ਵੀ ਸਾਰੇ ਪੋਸਟ ਗ੍ਰੈਜੂਏਟ ਵਧੀਆ ਪੜ੍ਹੇ ਲਿਖੇ ਸਾਰੇ ਹੈਗੇ ਆ, ਅਤੇ ਉਹਨਾਂ ਨੇ ਮੈਨੂੰ ਪੜ੍ਹਨ ਦਾ ਪੂਰਾ ਮੌਕਾ ਦਿੱਤਾ। ਮੌਕਾ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਕੋਈ ਬਿਠਾ ਦੇਣਾ ਹੁੰਦਾ ਪਾਸੇ ਵੀ ਪੜ੍ਹਨਾ ਨਹੀਂ। ਜੇ ਕੋਈ ਪੜ੍ਹ ਰਿਹਾ ਹੈਗਾ ਤਾਂ ਉਸ ਵੇਲੇ ਉਹਨੂੰ ਕੋਈ ਕੰਮ ਨਾ ਕਿਹਾ ਜਾਏ ਜਾਂ ਹੈ ਨਾ, ਅਤੇ ਬਾਕੀ ਦੋਵਾਂ ਧਿਰਾਂ ਵੱਲੋਂ ਹੀ ਗੱਲ ਹੁੰਦੀ ਹੈ। ਇੱਕ ਤਾਂ ਹੁੰਦਾ ਪੜ੍ਹਨ ਦਾ ਬਹਾਨਾ ਲਾ ਕੇ ਆਪਾਂ ਪਾਸੇ ਬੈਠੇ ਹਾਂ ਅਤੇ ਕੰਮ ਨਹੀਂ ਕਰ ਰਹੇ, ਇੱਕ ਹੁੰਦਾ ਕਿ ਤੁਸੀਂ ਐਕਚੁਅਲੀ ਪੜ੍ਹਨਾ ਚਾਹੁੰਦੇ ਹੋ ਅਤੇ ਤੁਹਾਨੂੰ ਫੈਮਿਲੀ ਵੀ ਸਪੋਰਟ ਕਰ ਰਹੀ ਹੈ। ਸੋ ਮੇਰੇ ਸਰਕਮਸਟਾਂਸਿਸ ਕੁਛ ਇਸ ਤਰ੍ਹਾਂ ਦੇ ਸੀਗੇ। ਨਿਕਲਣ ਤੋਂ ਪਹਿਲਾਂ ਹੀ ਮੈਨੂੰ ਜੋਬ ਮਿਲ ਗਈ, ਹਾਲੇ ਮੇਰੀ MPhil ਕੰਪਲੀਟ ਵੀ ਨਹੀਂ ਸੀ ਹੋਈ, ਅਤੇ ਆਈ ਗੋਟ ਇਨ ਟੂ ਦਿਸ ਜੋਬ ਜਿਹੜੀ ਮੈਂ ਕੀਤੀ ਹੈ। ਅੱਜ ਕੱਲ੍ਹ ਦੇ ਥੋੜ੍ਹੇ ਚੈਲੰਜਿਸ ਜ਼ਿਆਦਾ ਨੇ, ਅੱਜ ਕੱਲ੍ਹ ਉਹ ਸਿਕਿਉਰ ਜੋਬਸ ਤਾਂ ਹੈ ਨਹੀਂ ਗੀਆਂ, ਅਤੇ ਬੱਚਿਆਂ ਨੂੰ ਆਪ ਹੀ ਪ੍ਰਾਈਵੇਟ ਸੈਕਟਰ ਦੇ ਵਿੱਚ ਸੈੱਟ ਹੋਣਾ ਪੈਂਦਾ ਹੈ, ਜਿੱਥੇ ਕਿ ਜੱਦੋ ਜਹਿਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਇੱਕ ਐਗਜ਼ੋਡਸ ਬਹੁਤ ਜ਼ਿਆਦਾ ਹੈਗਾ, ਬੱਚੇ ਬਾਹਰ ਬਹੁਤ ਜਾ ਰਹੇ ਨੇ। ਬਾਹਰ ਜਾ ਕੇ ਜਿਹੜਾ ਲਾਈਫ ਸੈਟਲ ਕਰਨਾ ਆਪਣੇ ਆਪ ਨੂੰ, ਉਹ ਹੋਰ ਵੀ ਮੁਸ਼ਕਿਲ ਹੈ। ਇੱਕ ਤਾਂ ਮੁਲਕ ਬਦਲ ਜਾਂਦਾ ਹੈ, ਤੁਹਾਨੂੰ ਜਿਹੜਾ ਤੁਹਾਡਾ ਸਪੋਰਟ ਸਿਸਟਮ ਹੁੰਦਾ ਹੈ ਉੱਥੇ ਕੋਈ ਨਹੀਂ ਹੁੰਦਾ, ਤੁਸੀਂ ਆਪ ਮੁਹਾਰੇ ਹੋ ਜਾਂਦੇ ਹੋ, ਅਤੇ ਵਿੱਚ ਜੇ ਵਿਆਹ ਦੀ ਵੀ ਗੁੰਝਲ ਪੈ ਜੇ ਅਤੇ ਉਹ ਬੱਚਿਆਂ ਨੂੰ ਫਿਰ ਦੋਨੋਂ ਪਾਸੇ ਨਿਭਾਉਣਾ ਥੋੜ੍ਹਾ ਔਖਾ ਲੱਗਦਾ।
ਇਹ ਤਾਂ ਕੋਈ ਸ਼ੱਕ ਨਹੀਂ ਹੈਗਾ ਇਹਦੇ 'ਚ ਕਿ ਕਰੀਅਰ ਪਹਿਲਾਂ ਬਣ ਜੇ ਤਾਂ ਬਹੁਤ ਵਧੀਆ ਗੱਲ ਹੈ, ਅਤੇ ਵਿਆਹ ਬਾਅਦ 'ਚ ਹੋਏ ਤਾਂ ਠੀਕ ਰਹਿੰਦਾ ਅੱਜ ਕੱਲ੍ਹ ਦੇ ਮਾਹੌਲ ਦੇ ਮੁਤਾਬਕ। ਲੇਕਿਨ ਜਿਹੜਾ 35 ਸਾਲ 'ਤੇ ਵਿਆਹ ਹੋਣਾ ਜਾਂ 33 ਸਾਲ 'ਤੇ ਵਿਆਹ ਹੋਣਾ, ਇਹ ਥੋੜ੍ਹਾ ਜਿਹਾ ਨਾ ਬਾਇਓਲੋਜੀਕਲੀ ਗਲਤ ਹੈ। ਜੀ। ਕਿਉਂਕਿ ਜਿਹੜੇ ਹਾਰਮੋਨਸ ਹੈ ਨਾ, ਹਾਰਮੋਨਸ ਤੁਹਾਨੂੰ ਇੱਕ ਉਮਰ ਤੋਂ ਬਾਅਦ ਡਿਮਾਂਡ ਕਰਦੇ ਹੈ ਕਿ ਵਿਆਹ ਹੋ ਜਾਣਾ ਚਾਹੀਦਾ। ਇੱਕ ਸਿਕਿਉਰ ਰਿਲੇਸ਼ਨਸ਼ਿਪ 'ਚ ਜੇ ਬੰਦਾ ਪੈ ਜੇ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਫਿਰ ਅੱਜ ਕੱਲ੍ਹ 100 ਤਰ੍ਹਾਂ ਦੇ ਰਿਲੇਸ਼ਨਸ਼ਿਪ ਚੱਲਦੇ ਹੈ। ਜਾਂ ਤਾਂ ਫਿਰ ਉਹਨਾਂ ਦੇ ਉੱਤੇ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਹੈ ਕਿ ਉਹ ਅਲਾਊਡ ਨੇ ਉਹ ਰਿਲੇਸ਼ਨਸ਼ਿਪਸ। ਜੇ ਨਹੀਂ ਅਲਾਊਡ, ਜੇ ਮੈਰਿਜ ਦੇ ਥਰੂ ਹੀ ਹਰ ਤਰ੍ਹਾਂ ਦਾ ਰਿਲੇਸ਼ਨਸ਼ਿਪ ਅਲਾਊਡ ਹੈ, ਜਿਵੇਂ ਕਿ ਆਪਣੇ ਸੰਸਕਾਰ ਕਹਿੰਦੇ ਆ, ਜਿਵੇਂ ਕਿ ਆਪਾਂ ਜਿਨ੍ਹਾਂ ਸੰਸਕਾਰਾਂ ਦੀ ਆਪਾਂ ਗੱਲ ਕਰ ਅਸੀਂ ਰਹੇ ਵੱਡੇ ਹਾਂ, ਹੋਏ ਹਾਂ। ਤਾਂ ਉਹਦੇ ਮੁਤਾਬਕ ਇਹ ਹੈ ਵੀ ਇੱਕ ਸਿਕਿਉਰ ਤਰੀਕੇ ਨਾਲ ਇੱਕ ਸੋਸ਼ਲ ਮੈਚਿੰਗ ਵਾਲੀ ਫੈਮਿਲੀ ਦੇ ਨਾਲ ਵਿਆਹ ਹੋ ਜੇ ਬੱਚੇ ਦਾ। ਸੋਸ਼ਲ ਮੈਚਿੰਗ ਤੋਂ ਮੇਰਾ ਮਤਲਬ ਇਹ ਹੈ ਕਿ ਫਾਈਨੈਂਸ਼ੀਅਲ ਮੈਚਿੰਗ ਵੀ ਹੋਣੀ ਚਾਹੀਦੀ ਹੈ ਦੋਨੋਂ ਬੱਚਿਆਂ ਦੀ। ਲੜਕੀ ਵੀ ਠੀਕ ਠਾਕ ਕਮਾਉਂਦੀ ਹੋਏ, ਲੜਕਾ ਵੀ ਅੱਛਾ ਕਮਾਉਂਦਾ ਹੋਏ, ਤਾਂ ਜਾ ਕੇ ਇਹਨਾਂ ਦੇ ਘਰ ਚੰਗੇ ਚੱਲਦੇ ਨੇ। ਅਤੇ ਦੂਸਰਾ ਕਲਚਰਲ ਮੈਚਿੰਗ ਵੀ ਦੋ ਫੈਮਿਲੀਜ਼ ਦੀ ਹੋਏ ਤਾਂ ਰਿਸ਼ਤਾ ਬਹੁਤ ਸੋਹਣਾ ਨਿਭਦਾ ਹੈ। ਨਿਭ ਤਾਂ ਉਂਝ ਵੀ ਜਾਂਦਾ ਹੈ, ਪਰ ਕਈ ਵਾਰੀ ਔਕੜਾਂ ਆ ਜਾਂਦੀ ਹੈ। ਵਿਮਨ ਕਾਉਂਸਲਿੰਗ ਸੈੱਲ ਦੀ ਮੈਂ 15 ਸਾਲ ਤੋਂ ਮੈਂਬਰ ਸੀਗੀ। CPRC ਦੀ ਵੀ ਮੈਂ ਮੈਂਬਰ ਹੈਗੀ ਹਾਂ ਡਿਸਟ੍ਰਿਕਟ ਦੀ, ਅਤੇ ਜਿਹੜੀ DLSA ਦੀ ਫੈਮਿਲੀ ਵੈਲਫੇਅਰ ਸੁਸਾਇਟੀ ਸੀਗੀ ਉਹਦੀ ਵੀ ਮੈਂ ਮੈਂਬਰ ਰਹੀ। ਉੱਥੇ ਮੈਂ ਵੰਨ ਸੁਵੰਨੇ ਕੇਸ ਦੇਖੇ ਅਤੇ ਵੰਨ ਸੁਵੰਨੇ ਕੇਸ ਸੁਣੇ। ਉਹਨਾਂ ਸਾਰਿਆਂ ਤੋਂ ਬਾਅਦ ਮੈਂ ਨਤੀਜਾ ਇਹ ਕੱਢਿਆ ਵੀ ਜਿਹੜੇ ਵਿਆਹ ਟੁੱਟਦੇ ਨੇ ਨਾ, ਉਹਨਾਂ 'ਚ ਇਹ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ। ਜਾਂ ਤਾਂ ਫਾਈਨੈਂਸ਼ੀਅਲ ਮੈਚਿੰਗ ਨਹੀਂ ਹੁੰਦੀ, ਇਕਨੋਮਿਕਲ ਮੈਚਿੰਗ, ਇਕਨੋਮਿਕ ਸਟੇਟਸ ਮੈਚ ਨਹੀਂ ਕਰਦਾ, ਜਾਂ ਕੀ ਹੁੰਦਾ ਹੈ ਕਿ ਕਲਚਰਲ ਮੈਚਿੰਗ ਨਹੀਂ ਹੁੰਦੀ। ਦੋਨੋਂ ਕੇਸਿਸ ਦੇ ਵਿੱਚ ਟੁੱਟਣ ਦੇ ਚਾਂਸ ਵੱਧ ਜਾਂਦੇ ਸ਼ਾਦੀ ਦੇ। ਅਤੇ ਜਿੱਥੋਂ ਤੱਕ ਆਪਾਂ ਗੱਲ ਕਰੀਏ ਕਿ ਜਿਹੜੀ ਆ ਲਵ ਮੈਰਿਜ ਅਤੇ ਅਰੇਂਜਡ ਮੈਰਿਜ ਦਾ ਫ਼ਰਕ ਹੁੰਦਾ, ਇਹ ਕੋਈ ਬਾਹਲਾ ਫ਼ਰਕ ਨਹੀਂ ਹੈਗਾ। ਲਵ ਮੈਰਿਜਸ ਬਹੁਤ ਜ਼ਿਆਦਾ ਟੁੱਟਦੀਆਂ, ਇਨਫੈਕਟ ਅਰੇਂਜਡ ਮੈਰਿਜਸ ਨਾਲੋਂ ਵੀ ਜ਼ਿਆਦਾ ਟੁੱਟਦੀਆਂ। ਜ਼ਿਆਦਾ ਟੁੱਟਦੀਆਂ। ਇਹ ਰਿਸ਼ਤੇ ਬਹੁਤ ਜਲਦੀ ਟੁੱਟਦੇ ਨੇ ਕਿਉਂਕਿ ਬੱਚਿਆਂ ਨੂੰ ਆਪਣੇ ਫੈਸਲਿਆਂ ਦੇ ਉੱਤੇ ਡਾਊਟ ਹੋਣਾ ਸ਼ੁਰੂ ਹੋ ਜਾਂਦਾ ਕਿ ਅਸੀਂ ਜਿਹਦੇ ਨਾਲ ਕੀਤਾ ਹੈ ਇਹ ਪਤਾ ਨਹੀਂ ਅਸੀਂ ਸਾਡੀ ਸਹੀ ਵੀ ਚੋਇਸ ਸੀ ਕਿ ਨਹੀਂ, ਪਤਾ ਨਹੀਂ ਮਾਂ ਪਿਓ ਦਾ ਕਹਿਣਾ ਨਹੀਂ ਮੰਨਿਆ ਜਾਂ ਕੁਛ ਹੈ ਜਾਂ ਵਟਐਵਰ। ਅਤੇ ਜਿੱਥੋਂ ਤੱਕ ਬਾਹਰ ਦੀ ਬਰਾਦਰੀ ਦਾ ਸਵਾਲ ਹੈ, ਉਹ ਵੀ ਮਾਂ ਪਿਓ ਨੂੰ ਬਹੁਤਾ, ਆਪਾਂ ਪਹਿਲਾਂ ਬੈਠੇ ਗੱਲਾਂ ਕਰ ਰਹੇ ਸੀਗੇ ਕਿ ਬਾਹਰ ਦੀ ਬਰਾਦਰੀ 'ਚ ਬਰਾਦਰੀ ਵਾਲਾ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਦੱਸਿਆ ਨਾ, ਕਲਚਰਲ ਅਤੇ ਬੇਸਿਕਲੀ ਸੋਸ਼ਲ ਮੈਚਿੰਗ ਹੋਣੀ ਜ਼ਰੂਰੀ ਹੈ। ਕੋਈ ਕਲਚਰ 'ਚ ਤੁਹਾਡੇ ਬਹੁਤ ਜ਼ਿਆਦਾ ਫ਼ਰਕ ਨਾ ਹੋਵੇ ਤਾਂ ਫਿਰ ਕੋਈ ਬਰਾਦਰੀ ਚੇਂਜ ਹੋਣ ਨਾਲ ਫ਼ਰਕ ਨਹੀਂ ਪੈਂਦਾ, ਅਤੇ ਇਕਨੋਮਿਕ ਸਟੇਟਸ ਮੈਚ ਕਰਦਾ ਹੋਵੇ ਫਿਰ ਤਾਂ ਬਹੁਤ ਜ਼ਿਆਦਾ ਫ਼ਰਕ ਨਹੀਂ ਪੈਂਦਾ। ਲੇਕਿਨ ਜਿਹੜਾ ਕਰੀਅਰ ਦੇ ਨਾਲ ਨਾਲ ਵਿਆਹ ਹੋ ਜਾਣਾ, ਇਹਦੇ 'ਚ ਦੋਨਾਂ ਬੱਚਿਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਵਿਆਹ ਹੋ ਜਾਂਦਾ ਹੈ, ਫਿਰ ਅੱਗੋਂ ਬੱਚਿਆਂ ਦੇ ਬੱਚੇ ਹੋ ਜਾਂਦੇ ਆ, ਬੱਚੇ ਹੋ ਜਾਂਦੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ। ਫਿਰ ਜੇ ਰਲ ਮਿਲ ਕੇ ਸਾਂਭ ਸਕਦੇ ਆ ਦੋਨੋਂ ਬੱਚੇ ਇਕੱਠੇ ਤਾਂ ਫਿਰ ਸੌਖਾ ਹੋ ਜਾਂਦਾ ਸਫ਼ਰ। ਬੱਚੇ ਜਲਦੀ ਪੈਦਾ ਹੋ ਜਾਂਦੇ ਆ, ਠੀਕ ਟਾਈਮ ਸਿਰ ਪੈਦਾ ਹੋ ਜਾਂਦੇ ਆ, ਤਾਂ ਉਹਨਾਂ ਦੇ ਸੈਟਲਮੈਂਟ ਜਲਦੀ ਹੋ ਜਾਂਦੀ ਹੈ ਬੱਚਿਆਂ ਦੀ। ਅਤੇ ਆਹ ਜਿਹੜਾ ਆਹ ਵਾਲਾ ਪੀਰੀਅਡ ਹੈ ਜਿਹਦੇ 'ਚ ਮੈਂ ਹੁਣ ਹੈਗੀ ਹਾਂ, ਪੋਸਟ ਰਿਟਾਇਰਮੈਂਟ ਪੀਰੀਅਡ ਹੈ, 50-55 ਸਾਲ 'ਤੇ ਤੁਸੀਂ 58 ਸਾਲ 'ਤੇ ਤੁਸੀਂ ਫ੍ਰੀ ਹੋ ਜਾਂਦੇ ਹੋ। ਬੱਚਿਆਂ ਨੂੰ ਵਿਆਹ ਕੇ, ਬੱਚਿਆਂ ਨੂੰ ਸੈੱਟ ਕਰਕੇ ਤੁਹਾਡੇ ਕੋਲ ਸੋ ਕਾਲਡ ਆਪ ਦੇ ਵਾਸਤੇ ਬਹੁਤ ਟਾਈਮ ਬਚ ਜਾਂਦਾ। ਸਟਰਗਲ ਦਾ ਪੀਰੀਅਡ ਤੁਹਾਡਾ ਛੇਤੀ ਨਿਬੜ ਜਾਂਦਾ ਹੈ। ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡੇ ਕੋਲ ਆਪਦੇ ਇੰਜੋਏ ਕਰਨ ਵਾਸਤੇ ਅਤੇ ਸਿਕਿਉਰ ਲਾਈਫ ਜੀਣ ਵਾਸਤੇ ਟਾਈਮ ਸਮਾਂ ਬਾਅਦ 'ਚ ਬਚ ਜਾਂਦਾ ਹੈ, ਜੇ ਸਭ ਕੁਝ ਠੀਕ ਠਾਕ ਚੱਲਦਾ ਰਹੇ ਤਾਂ। ਸੋ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਪਰ ਆਈਡੀਅਲੀ ਵਿਆਹ ਜਿਹੜਾ ਹੈਗਾ ਉਹ 27-28 ਸਾਲ ਤੋਂ ਉੱਪਰ ਨਾ ਟੱਪੇ ਤਾਂ ਚੰਗੀ ਗੱਲ ਹੁੰਦੀ ਹੈ। ਉਦੋਂ ਬਾਅਦ ਵਾਲਾ ਜਿਹੜਾ ਹੈਗਾ ਥੋੜ੍ਹਾ ਜਿਹਾ ਬਾਇਓਲੋਜੀਕਲੀ ਗਰਲਸ ਤਾਂ ਵੈਸੇ ਫਿੱਟ ਨਹੀਂ ਰਹਿੰਦੀਆਂ। 35-36 ਈਅਰਸ ਤੋਂ ਬਾਅਦ ਜਿਹੜੀ ਉਹਨਾਂ ਦੀ ਜਨਨ ਪ੍ਰਕਿਰਿਆ ਹੈਗੀ ਹੈ, ਪ੍ਰਜਨਨ ਪ੍ਰਕਿਰਿਆ ਦੇ ਵਿੱਚ ਬਾਇਓਲੋਜਿਸਟ ਨੂੰ ਜ਼ਿਆਦਾ ਪਤਾ ਹੈ। ਉਹ ਕਹਿੰਦੇ ਨੇ ਕਿ ਵੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਫਿਰ ਜਦੋਂ ਆਪਾਂ ਸ਼ਾਦੀ ਕਰਦੇ ਹਾਂ ਤਾਂ ਜ਼ਿਆਦਾਤਰ ਆਪਣਾ ਮਤਲਬ ਤਾਂ ਇਹੀ ਹੁੰਦਾ ਕਿ ਆਪਾਂ ਅੱਗੇ ਇਸ਼ੂਜ਼ ਰੇਜ਼ ਕਰਨੇ ਆ ਅਤੇ ਬਣਾਉਣੇ ਵੀ ਹੈ। ਮੈਮ, ਤੁਸੀਂ ਬਹੁਤ ਸੋਹਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਸਮੇਂ ਦਾ ਬਦਲਾਅ ਆ ਰਿਹਾ, ਤੁਸੀਂ ਇਹਨੂੰ ਕਿਸ ਪੱਖ ਤੋਂ ਦੇਖਦੇ ਹੋ? ਜਿਵੇਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਇੱਕ ਤਾਂ ਦੇਰ ਉਮਰ ਦੇ ਵਿੱਚ ਜਦੋਂ ਜਾ ਕੇ ਵਿਆਹ ਹੁੰਦੇ ਆ, ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਇਹ ਨੈਚੁਰਲ ਨੇ। ਬਹੁਤ ਸਾਰੇ ਜਦੋਂ ਕਲੀਗਸ ਨੂੰ ਦੇਖਦੇ ਸੀ ਕਿ ਕਰੀਅਰ ਸੈੱਟ ਹੋ ਗਿਆ ਪਰ ਵਿਆਹ ਲੇਟ ਹੋਇਆ, ਬੱਚੇ ਦੇ ਵਿੱਚ ਦਿੱਕਤ ਆ ਰਹੀ ਹੈ। ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਪਰ ਕਿਤੇ ਨਾ ਕਿਤੇ ਇੱਕ ਕਾਰਨ ਉਹ ਵੀ ਹੈ ਕਿ ਰਿਸ਼ਤਿਆਂ ਦੇ ਵਿੱਚ ਦੇਰੀ ਹੋ ਰਹੀ ਹੈ। ਤਾਂ ਜਿਸ ਤਰਫ ਅਸੀਂ ਇਹ ਵੱਧ ਰਹੇ ਹਾਂ, ਤੁਸੀਂ ਇਸ ਸਭ ਨੂੰ ਕਿਵੇਂ ਦੇਖਦੇ ਹੋ? ਹਾਂ ਰਣਦੀਪ, ਮੈਂ ਉਹੀ ਗੱਲ ਕੀਤੀ ਨਾ ਕਿ ਮੇਰੇ ਹਿਸਾਬ ਨਾਲ ਤਾਂ ਇਹ ਜਿਹੜਾ ਲੇਟ ਮੈਰਿਜ ਹੋਣਾ ਅਤੇ ਲੇਟ ਸਭ ਕੁਝ ਹੋਣਾ, ਇਹ ਮਤਲਬ ਇੱਕ ਕੁਦਰਤੀ ਤਰੀਕੇ ਦੇ ਨਾਲ ਵੀ ਗਲਤ ਹੈ।
ਖਿਲਵਾੜ ਕਰ ਰਹੇ ਹਾਂ ਕੁਦਰਤ ਦੇ ਨਾਲ ਵੀ ਆਪਾਂ ਹੁਣ ਖਿਲਵਾੜ ਕਰ ਰਹੇ ਹੈਗੇ ਆ। ਤੇ ਉਸ ਤੋਂ ਬਾਅਦ ਜਿਹੜੇ ਬੱਚੇ ਪੈਦਾ ਹੁੰਦੇ ਨੇ ਨਾ ਬਾਅਦ 'ਚ, ਉਹਨਾਂ 'ਚ ਵੀ ਮਾਲਫਾਰਮਡ ਹੋਣ ਦਾ ਜਾਂ ਜੈਨੇਟਿਕ ਨੁਕਸ ਹੋਣ ਦਾ ਡਰ ਬਣਿਆ ਰਹਿੰਦਾ ਹੈ ਕਿਸੇ ਨਾ ਕਿਸੇ ਤਰੀਕੇ ਦਾ। ਤੋ ਮੇਰੇ ਹਸਬੈਂਡ ਪੀਡੀਆਟ੍ਰਿਕ ਸਰਜਨ ਨੇ, ਤੋ ਜਿਹੜੇ ਵੀ ਇਹੋ ਜਿਹੇ ਕੇਸਿਸ ਹੁੰਦੇ ਨੇ ਉਹਦੇ 'ਚ ਬਹੁਤ ਜ਼ਿਆਦਾ ਚਾਂਸ ਪਰਸੈਂਟੇਜ ਵੱਧ ਜਾਂਦੀ ਹੈ ਮਾਲਫਾਰਮੇਸ਼ਨ ਦੀ, ਜਿਹੜੇ ਵੱਡੀ ਉਮਰ 'ਚ ਬੱਚੇ ਪੈਦਾ ਕੀਤੇ ਜਾਂਦੇ ਨੇ। ਤਾਂ ਉਹ ਡਰ ਇੱਕ ਐਡਿਡ ਡਰ ਹੁੰਦਾ ਹੈ ਬੱਚੇ ਨੂੰ ਪੈਦਾ ਕਰਨ ਲੱਗਿਆ। ਅਤੇ ਕਈ ਵਾਰੀ ਹੁੰਦਾ ਹੀ ਨਹੀਂ ਬੱਚਾ ਪੈਦਾ ਇੱਕ ਏਜ ਤੋਂ ਬਾਅਦ, ਕਈ ਲੜਕੀਆਂ ਦੇ। ਅਤੇ ਬਾਕੀ ਮਾਂ ਪਿਓ ਦੇ ਵੀ ਸਟਰੈਸ ਹੋਣਾ ਸ਼ੁਰੂ ਹੋ ਜਾਂਦਾ ਜੀ। ਕਿ ਬਈ ਹੁਣ ਕੁੜੀ ਸਿਆਣੀ ਹੋ ਗਈ ਜਾਂ ਮੁੰਡਾ ਸਿਆਣਾ ਹੋ ਗਿਆ, ਇਕੁਅਲ ਸਟਰੈਸ ਹੈ ਅੱਜ ਕੱਲ੍ਹ ਤਾਂ, ਇਕੁਅਲ ਸਟਰੈਸ ਹੈ। ਸੋ ਹੁਣ ਜੇ ਆਪਾਂ ਇਸ ਉਮਰ 'ਚ ਜਾ ਕੇ ਦੇਖੀਏ ਬਈ ਇਸ ਤਰ੍ਹਾਂ ਦੇ ਮਾਹੌਲ 'ਚ ਜਾ ਕੇ ਇਹ ਸੋਚੀਏ ਵੀ ਹੁਣ ਆਪਾਂ ਹੋਰ ਵੀ ਆਪਣੀਆਂ ਚੋਇਸਿਸ ਨੈਰੋ ਕਰ ਲਈਏ ਕਿ ਆਪਾਂ ਕਹੀਏ ਵੀ ਹੁਣ ਅਸੀਂ ਆਹ ਬਰਾਦਰੀ ਦੇ ਇੱਧਰੋਂ 19 ਤੋਂ 21 ਨਹੀਂ ਹੋਣਾ, ਫਿਰ ਆਹ ਮੰਗਲੀਕ ਹੈ, ਆਹ ਪੰਡਤਾਂ ਕੋਲੇ ਜਾ ਵੜੀਏ, ਫਿਰ ਤਾਂ ਵਿਆਹ ਨਹੀਂ ਕਰਨਾ। ਫਿਰ ਤਾਂ ਐਂ ਸੋਚ ਲਓ ਨਾ ਵੀ ਠੀਕ ਹੈ, ਬੱਚੇ ਨੇ ਵਿਆਹ ਕਰਨਾ ਹੀ ਨਹੀਂ ਹੈਗਾ। ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਕੋਈ ਕੰਮ ਕਰਨਾ ਚਾਹੀਦਾ। ਕੋਈ ਮੰਗਲੀਕ ਵਾਲਾ ਚੱਕਰ ਅਤੇ ਦੂਜੇ ਚੱਕਰ ਵਹਿਮਾਂ ਭਰਮਾਂ 'ਚ ਹੈ ਨਾ ਪੈਣ ਦੀ ਕੋਈ ਲੋੜ ਨਹੀਂ ਹੁੰਦੀ। ਆਪਣੀ ਤਾਂ ਬਾਣੀ 'ਚ ਵੀ ਸਭ ਕੁਝ ਲਿਖਿਆ ਹੋਇਆ ਜੀ। ਬਾਬੇ ਨਾਨਕ ਨੇ ਮੁੰਦਰੀਆਂ ਮਦਰੀਆਂ ਸਾਰੀਆਂ ਛਡਾਤੀਆਂ ਸੀ ਆਪਣੀਆਂ, ਅਤੇ ਹੁਣ ਫਿਰ ਆਪਾਂ ਉਹੀ ਮੁੰਦਰੀਆਂ ਪਾਉਣੀਆਂ ਸ਼ੁਰੂ ਕਰਤੀਆਂ, ਉਹੀ ਉਪਾਅ ਕਰਨੇ ਸ਼ੁਰੂ ਕਰਤੇ। ਅਤੇ ਓਵਰਆਲ ਹੀ ਸਮਾਜਿਕ ਗਿਰਾਵਟ ਤਾਂ ਹੈਗੀ ਹੈ, ਉਹਦੇ ਨਤੀਜੇ ਭੁਗਤ ਰਹੇ ਹਾਂ ਆਪਾਂ। ਜਦੋਂ ਆਪਾਂ ਪੰਡਤਾਂ ਦੇ ਜਾ ਵੜਦੇ ਹਾਂ, ਜਦੋਂ ਆਪਾਂ ਮੰਗਲੀਕ ਪਛਾਣਨ ਲੱਗ ਜਾਂਦੇ ਹਾਂ, ਫਿਰ ਆਪਾਂ ਉਹੀ ਗੱਲ ਹੈ ਨਾ ਕਿ ਬਾਣੀ ਦੇ ਅਗੇਂਸਟ ਜਾ ਕੇ ਕੁਦਰਤ ਨਾਲ ਖਿਲਵਾੜ ਆਪ ਹੀ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬੰਦੇ ਦੀਆਂ ਬਣਾਈਆਂ ਹੋਈਆਂ ਸ਼ਰਾਰਤਾਂ ਨੇ ਸਾਰੀਆਂ, ਬਾਣੀ 'ਚ ਤਾਂ ਇਹਦੇ ਉਲਟ ਲਿਖਿਆ ਸਭ ਕੁਝ, ਠੀਕ ਹੈ। ਜਿੱਥੋਂ ਤੱਕ ਬਿਰਾਦਰੀ ਵਾਲਾ ਰੌਲਾ ਹੈ, ਉਹਨਾਂ ਨੇ ਕਿਹਾ ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ। ਜੇ ਇਨਸਾਨ ਬਹੁਤ ਵਧੀਆ ਹੈਗਾ, ਬਹੁਤ ਵਧੀਆ ਜੋਬ ਕਰ ਰਿਹਾ ਮੁੰਡਾ, ਟੌਪ ਕਲਾਸ ਜੋਬ ਕਰ ਰਿਹਾ, ਉਹਦੇ ਐਟੀਕੇਟਸ ਬਹੁਤ ਅੱਛੇ ਨੇ, ਉਹਦੇ ਸੰਸਕਾਰ ਬਹੁਤ ਅੱਛੇ ਨੇ, ਤੁਹਾਨੂੰ ਰਿਸਪੈਕਟ ਦੇ ਰਿਹਾ ਉਹ ਲੜਕਾ, ਫੈਮਿਲੀ ਬਹੁਤ ਰਿਸਪੈਕਟਫੁਲ ਹੈ, ਉਹਨਾਂ ਨੇ ਇੱਜ਼ਤ ਕਮਾਈ ਹੈ। ਆਪਾਂ ਕਹਿੰਦੇ ਇੱਜ਼ਤ ਕਮਾਉਣ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਨੇ ਕੁਝ ਐਸੇ ਕਰਮ ਕੀਤੇ ਕਿ ਉਹਦੇ ਕਾਰਨ ਸਮਾਜ ਉਹਨਾਂ ਦੀ ਇੱਜ਼ਤ ਕਰਦਾ। ਜਿਹੜੇ ਪਰਿਵਾਰ ਨੇ ਇੱਜ਼ਤ ਕਮਾ ਲਈ, ਜੇ ਤੁਸੀਂ ਉਸ ਘਰ ਦੇ ਵਿੱਚ ਰਿਸ਼ਤਾ ਕਰ ਲੈਂਦੇ ਹੋ ਤਾਂ ਬਹੁਤ ਅੱਛੀ ਗੱਲ ਹੈ। ਜੇ ਤੁਸੀਂ ਨਹੀਂ ਕਰਦੇ, ਇਹਨਾਂ ਦਕੀਆਨੂਸੀ ਵਿਚਾਰਾਂ 'ਚ ਪੈ ਕੇ ਤੁਸੀਂ ਬੱਚੇ ਦਾ ਵਿਆਹ ਪੋਸਟਪੋਨ ਕਰੀ ਜਾਂਦੇ ਹੋ, ਫਿਰ ਤੁਸੀਂ ਇਹ ਮੰਨ ਕੇ ਚੱਲੋ ਵੀ ਫਿਰ ਤੁਸੀਂ ਵਿਆਹੁਣਾ ਨਹੀਂ ਹੈਗਾ। ਮੇਰਾ ਆਪਣਾ ਪਰਸਨਲ ਵਿਚਾਰ ਹੈ ਇਹ ਜੀ। ਮੇਰੇ ਅਗੇਂਸਟ ਬਹੁਤ ਲੋਕਾਂ ਦੇ ਵਿਚਾਰ ਹੁੰਦੇ ਨੇ, ਮੇਰੇ ਆਪਣੇ ਪਰਿਵਾਰ ਦੇ ਵਿੱਚ ਵੀ ਕਈ ਲੋਕ ਇਸ ਤੋਂ ਉਲਟ ਸੋਚਦੇ ਹੋਣੇ, ਪਰ ਮੈਂ ਇਸ ਤਰ੍ਹਾਂ ਸੋਚਦੀ ਹਾਂ। ਜੀ ਮੈਮ, ਇੱਕ ਸਵਾਲ ਅਖੀਰ 'ਚ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਿਵੇਂ ਤੁਸੀਂ ਕਿਹਾ ਕਿ ਮਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਬੱਚੇ ਦੀ ਕਰੀਅਰ ਸੈੱਟ ਕਰਨ ਦੇ ਵਿੱਚ, ਜ਼ਿੰਦਗੀ ਬਣਾਉਣ ਦੇ ਵਿੱਚ। ਅੱਜ ਕੱਲ੍ਹ ਇੱਕ ਨਵਾਂ ਟਰੈਂਡ ਚੱਲਿਆ ਹੋਇਆ, ਉਹ ਕਹਿੰਦੇ ਕਿ ਵੀ ਬੱਚੇ ਦੇ ਦੋਸਤ ਬਣੋ। ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਕਿ ਮਾਂ ਪਿਓ ਚਾਹੇ ਕੋਸ਼ਿਸ਼ ਵੀ ਕਰਨ, ਇੱਕ ਉਮਰ ਤੋਂ ਬਾਅਦ ਬੱਚੇ ਤੁਹਾਨੂੰ ਆਪਣਾ ਦੋਸਤ ਨਹੀਂ ਸਵੀਕਾਰਦੇ, ਕਿਉਂਕਿ ਅਸੀਂ ਖੁਦ ਇਹ ਸਭ ਕੁਝ ਕੀਤਾ। ਮੈਂ ਰਣਦੀਪ ਤੁਹਾਡੀ ਗੱਲ ਸਮਝ ਗਈ। ਦੋਸਤੀ ਉਸ ਤਰ੍ਹਾਂ ਦੀ ਨਹੀਂ ਚਾਹੀਦੀ ਹੁੰਦੀ। ਜਿਹੜੀ ਦੋਸਤੀ ਕਹਿੰਦੇ ਆ ਨਾ, ਉਹ ਇਹ ਨਹੀਂ ਕਿ ਆਪਾਂ ਬੱਚੇ ਨਾਲ ਲੂਡੋ ਖੇਲਣ ਬਹਿ ਜਾਈਏ 12 ਸਾਲ ਦੀ ਉਮਰ 'ਚ। ਬੱਚਿਆਂ ਨੂੰ ਇੱਕ ਉਮਰ ਤੋਂ ਬਾਅਦ ਆਪਣੇ ਹਮਸਾਥੀ ਹਮਸਾਏ ਹੀ ਪਿਆਰੇ ਲੱਗਦੇ ਹੈ। ਜਿਹੜੇ ਉਹਨਾਂ ਦੇ ਹਮ ਉਮਰ ਹੁੰਦੇ ਨੇ ਨਾ, ਬੱਚੇ ਉਹਨਾਂ ਨਾਲ ਹੀ ਖੇਲਣਾ ਪਸੰਦ ਕਰਦੇ ਹੈ। ਖੇਲਣ ਕੁੱਦਣ ਤੋਂ ਇਹ ਮਤਲਬ ਨਹੀਂ, ਬੱਚਿਆਂ ਦੇ ਦੋਸਤ ਬਣਨ ਤੋਂ ਇਹ ਮਤਲਬ ਹੈ ਕਿ ਬੱਚਾ ਤੁਹਾਡੇ ਤੋਂ ਗੱਲ ਨਾ ਕੋਈ ਲੁਕੋਵੇ। ਜੇ ਉਹਦੇ ਨਾਲ ਕੋਈ ਵੀ ਬਾਹਰ ਗੱਲ ਹੋਈ ਹੈ ਜਾਂ ਉਹ ਕਿਸੇ ਗੱਲ ਤੋਂ ਤੰਗ ਹੈ, ਮੰਨ ਲਓ ਲੜਕੀ ਹੈ, ਉਹਨੂੰ ਕੋਈ ਬੰਦਾ ਤੰਗ ਕਰ ਰਿਹਾ, ਜਾਂ ਕੋਈ ਲੜਕਾ ਹੈ, ਉਹਨੂੰ ਕੋਈ ਕਿਸੇ ਕਿਸਮ ਦੀ ਸਟਰੈਸ ਹੈ, ਉਹਨੂੰ ਤੰਗ ਕਰ ਰਹੀ ਹੈ ਉਹ ਸਟਰੈਸ, ਤਾਂ ਮਾਂ ਅਤੇ ਪਿਓ ਜੇ ਅੱਗੋਂ ਝਿੜਕਣ ਬਹਿ ਜਾਣਗੇ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ, ਤੂੰ ਤਾਂ ਹੈ ਹੀ ਐਸੇ ਜੋਗਾ, ਮੈਂ ਪਹਿਲਾਂ ਕਿਹਾ ਸੀ ਤੇਰੇ ਨੰਬਰ ਘੱਟ ਆਉਣੇ ਆ, ਤੂੰ ਪੜ੍ਹਿਆ ਨਹੀਂ ਹੈਗਾ, ਤੂੰ ਆਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ। ਮਤਲਬ ਆਪਾਂ ਬਜਾਏ ਕਿ ਉਹਦੇ ਸਟਰੈਸ ਨੂੰ ਰਿਲੀਵ ਕਰਨ ਦੇ, ਆਪਾਂ ਉਹਨੂੰ ਅੱਗੋਂ ਝਿੜਕਣ ਲੱਗ ਗਏ। ਉਹ ਗੱਲਾਂ ਲੁਕਾਉਣੀਆਂ ਸ਼ੁਰੂ ਕਰ ਦੇਗਾ। ਫਿਰ ਦੋਸਤੀ ਨਹੀਂ ਨਾ ਹੋਈ, ਫਿਰ ਉਹ ਗੱਲਾਂ ਲੁਕੋਏਗਾ। ਇਹ ਦੋਸਤੀ ਰੱਖਣੀ ਹੈ ਬਹੁਤ ਜ਼ਰੂਰੀ। ਇਹ ਅੱਜ ਦੇ ਸਮੇਂ 'ਚ ਨਹੀਂ ਕਹਿੰਦੇ, ਇਹ ਤਾਂ ਸਮਿਆਂ ਤੋਂ ਜ਼ਰੂਰੀ ਹੈ ਕਿ ਲੜਕੀ ਜਿਹੜੀ ਹੈ ਉਹ ਮਾਂ ਦੀ ਜਾਂ ਪਿਓ ਦੀ ਸਹੇਲੀ ਹੋਣੀ ਚਾਹੀਦੀ ਹੈ। ਲੜਕਾ ਵੀ ਮਾਂ ਦਾ ਜਾਂ ਬਾਪ ਦਾ ਦੋਸਤ ਹੋਣਾ ਚਾਹੀਦਾ। ਦੋਨਾਂ 'ਚੋਂ ਘੱਟੋ ਘੱਟ ਇੱਕ ਬੰਦਾ ਐਸਾ ਹੋਏ ਜਿਹੜਾ ਕਿ ਜਿਹਨੂੰ ਪਿਓ ਨੂੰ ਪਤਾ ਹੋਏ ਕਿ ਆਏ ਨੂੰ ਤੁਰਿਆ ਜਾਂਦਾ ਅਤੇ ਇਹ ਸੱਜੇ ਪਾਸੇ ਦਾ ਪੈਰ ਪੈ ਰਿਹਾ ਅਤੇ ਪੈਰ ਗਲਤ ਪੈ ਰਿਹਾ, ਜੇ ਖੱਬੇ ਪਾਸੇ ਪੈ ਰਿਹਾ ਤਾਂ ਗਲਤ ਪੈ ਰਿਹਾ। ਜੋ ਵੀ ਉਹਨੂੰ ਪਤਾ ਹੋਣਾ ਚਾਹੀਦਾ, ਮਾਂ ਪਿਓ ਨੂੰ ਪਤਾ ਤਦ ਹੀ ਹੋਏਗਾ ਜੇ ਬੱਚਾ ਤੁਹਾਡੇ ਨਾਲ ਗੱਲ ਸ਼ੇਅਰ ਕਰੇਗਾ। ਤਾਂ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਤਾਂ, ਕਿਉਂਕਿ ਹਾਂ, ਦੋਸਤ ਹੋਣ ਲਈ ਤੁਹਾਨੂੰ ਸਹਿਨਸ਼ੀਲ ਹੋਣਾ ਪਏਗਾ, ਤੁਹਾਨੂੰ ਬੱਚੇ ਨੂੰ ਟਾਈਮ ਦੇਣਾ ਪਏਗਾ, ਉਹਦੀ ਗੱਲ ਨੂੰ ਆਰਾਮ ਨਾਲ ਸੁਣਨਾ ਪਏਗਾ,
ਤੇ ਉਹਨਾਂ ਤੇ ਫालतू ਦਾ ਸਟ੍ਰੈਸ ਨਹੀਂ ਪਾਣਾ ਪਏਗਾ। ਉਹਨਾਂ ਨੂੰ ਇਹ ਨਹੀਂ ਵੀ ਤੂੰ ਕਲਾਸ 'ਚੋਂ ਫਸਟ ਆਉਣਾ ਚਾਹੀਦਾ ਹੈ, ਜੇ ਫਸਟ ਨਹੀਂ ਆਇਆ ਤਾਂ ਤੁਸੀਂ ਰਿਪੋਰਟ ਕਾਰਡ ਲੈ ਕੇ ਬਹਿ ਗਏ ਸਾਹਮਣੇ, ਨਾ, ਕਦੀ ਵੀ ਨਹੀਂ। ਮੈਂ ਆਪਣੇ ਬੱਚਿਆਂ ਨੂੰ ਇਹ ਕਹਿੰਦੀ ਹੁੰਦੀ ਸੀ ਕਿ ਤੁਹਾਡੇ ਪਰਸੈਂਟੇਜ ਦੇ ਨਾਲ ਬਸ 8 ਲੱਗਣਾ ਚਾਹੀਦਾ, 7 ਤੇ ਨਹੀਂ ਆਉਣਾ ਚਾਹੀਦਾ, ਮੀਨ 79% ਨਹੀਂ ਹੋਣੇ ਚਾਹੀਦੇ। ਮੈਂ ਨਹੀਂ ਚਾਹੁੰਦੀ ਵੀ ਤੁਹਾਡੇ 92-94% ਆਉਣ। ਆਫ ਕੋਰਸ ਉਹਨਾਂ ਦੇ ਆਏ, ਮਤਲਬ 98% 97% ਲੈ ਕੇ ਰਿਪੋਰਟ ਕਾਰਡ ਆਉਂਦੇ ਸੀ, ਬਟ ਆਈ ਵਾਜ਼ ਨਾਟ ਹੈਪੀ ਕਿ ਉਹ 98-97 ਲੈ ਕੇ ਆ ਰਹੇ ਨੇ। ਮੈਨੂੰ ਇੰਨੇ 'ਚ ਹੀ ਖੁਸ਼ੀ ਹੁੰਦੀ ਸੀ ਵੀ 80-82 ਆ ਜਾਣ, ਬਹੁਤ ਵਧੀਆ, ਕਿਉਂਕਿ ਉਹਦੇ ਨਾਲ ਬੱਚਾ ਹੋਰ ਬਹੁਤ ਕੰਮ ਕਰ ਦਿੰਦਾ ਸੀ। ਬਿਲਕੁਲ। ਨੋਵਲਸ ਪੜ੍ਹਦੇ ਸੀ ਬੱਚੇ ਮੇਰੇ, ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਸੀਗੇ, ਫਿਰ ਹੋਰ ਕਈ ਕਿਸਮ ਦੀਆਂ ਐਕਟੀਵਿਟੀਜ਼ ਕਰਦੇ ਸੀਗੇ ਜਿਹੜੀਆਂ ਕਿ ਜੇ ਮੈਂ ਉਹਨਾਂ 'ਤੇ ਸਟ੍ਰੈਸ ਪਾਉਂਦੀ ਵੀ ਕਲਾਸ 'ਚੋਂ ਤੂੰ ਫਸਟ ਆ, ਉਹ ਨਹੀਂ ਕਰ ਸਕਦੇ ਸੀਗੇ। ਤਾਂ ਬੱਚੇ ਦਾ ਦੋਸਤ ਬਣਨ ਤੋਂ ਮਤਲਬ ਇਹੀ ਹੈ ਕਿ ਉਹਦਾ ਦੁੱਖ ਸੁੱਖ ਸਾਂਝਾ ਕਰਦੇ ਰਹੋ ਹਰ ਵੇਲੇ। ਜੀ ਮੈਮ, ਤੁਸੀਂ ਬਹੁਤ ਸੋਹਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, you, ਰਣਦੀਪ। ਸਾਨੂੰ ਸਮਾਂ ਦਿੱਤਾ। ਅਖੀਰ 'ਚ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮਾਂ ਬਾਪ ਬਣਨ ਤੋਂ ਮਤਲਬ ਇਹ ਹੈ ਕਿ ਆਪਾਂ ਨੇ ਸੰਸਕਾਰ ਦੇਣੇ ਨੇ ਬੱਚਿਆਂ ਨੂੰ। ਆਪਣੇ ਸੰਸਕਾਰ ਜਿਹੜੇ ਨੇ ਉਹ ਬੋਲ ਕੇ ਨਹੀਂ ਦਿੱਤੇ ਜਾਂਦੇ, ਸੰਸਕਾਰ ਹਮੇਸ਼ਾ ਕਰਕੇ ਦਿਖਾਏ ਜਾਂਦੇ ਨੇ। ਤੁਸੀਂ ਜਦੋਂ ਤੁਰੋਗੇ ਤੁਹਾਨੂੰ ਤੁਰਦਿਆਂ ਨੂੰ ਬੱਚਾ ਓਬਜ਼ਰਵ ਕਰੇਗਾ, ਜਦੋਂ ਬੋਲੋਗੇ ਤੁਹਾਨੂੰ ਬੋਲਦਿਆਂ ਨੂੰ ਬੱਚਾ ਓਬਜ਼ਰਵ ਕਰੇਗਾ, ਤੁਹਾਨੂੰ ਕੰਮ ਕਰਦਿਆਂ ਨੂੰ ਬੱਚਾ ਓਬਜ਼ਰਵ ਕਰੇਗਾ। ਜੋ ਤੁਹਾਨੂੰ ਦੇਖ ਕੇ ਬੱਚਾ ਬਣੂਗਾ, ਉਸ ਤੋਂ ਇਲਾਵਾ ਬੱਚਾ ਕੁਝ ਨਹੀਂ ਬਣ ਸਕਦਾ। ਤੁਹਾਨੂੰ ਹੀ ਦੇਖਦਾ, ਤੁਸੀਂ ਰੋਲ ਮਾਡਲ ਹੋਣੇ ਚਾਹੀਦੇ ਹੋ ਬੱਚੇ ਦੇ। ਤੁਸੀਂ ਆਪਣਾ ਕਿਰਦਾਰ ਇੱਦਾਂ ਨਿਭਾਓ ਕਿ ਬੱਚੇ ਫੇਲ ਨਾ ਹੋਣ ਤੁਹਾਡੇ ਉਸ ਕਿਰਦਾਰ 'ਚੋਂ ਨਿਕਲਦੇ ਹੋਏ। ਬਸ ਮੈਮ, ਤੁਸੀਂ ਬਹੁਤ ਸੋਹਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਮੈਨੂੰ ਬਹੁਤ ਅੱਛਾ ਲੱਗਿਆ। ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਮੈਂ ਇੱਥੇ ਆਉਣ ਲਈ, ਰਣਦੀਪ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ। ਅਤੇ ਹਮੇਸ਼ਾ ਹੀ ਤੈਨੂੰ ਮਿਲ ਕੇ ਤਾਂ ਮੈਨੂੰ ਹਮੇਸ਼ਾ ਹੀ ਅੱਛਾ ਲੱਗਦਾ। ਬੋਲਦੀ ਬਹੁਤ ਸੋਹਣਾ, ਸੋਹਣੀ ਤਾਂ ਤੂੰ ਹੈਗੀ ਹੈ ਅਤੇ ਬੋਲਦੀ ਬਹੁਤ ਸੋਹਣਾ, ਅਤੇ ਇੰਨਾ ਤੈਨੂੰ ਪੜ੍ਹਨ ਦਾ ਸ਼ੌਕ ਹੈ, ਗਿਆਨ ਹੈ ਇੰਨਾ ਜ਼ਿਆਦਾ, ਮੈਨੂੰ ਹਮੇਸ਼ਾ ਹੀ ਤੁਹਾਨੂੰ ਮਿਲ ਕੇ ਅੱਛਾ ਲੱਗਦਾ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ। ਸੋ ਮੈਮ ਹੋਰਾਂ ਨੇ ਜਿਹੜੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਹ ਜ਼ਰੂਰ ਸਾਡੇ ਸਾਰਿਆਂ ਦੇ ਲਈ ਲਾਹੇਵੰਦ ਹੋਣਗੀਆਂ। ਕਹਿੰਦੇ ਨੇ ਕਿ ਜ਼ਿੰਦਗੀ ਸਾਨੂੰ ਇੰਨਾ ਸਮਾਂ ਨਹੀਂ ਦਿੰਦੀ ਕਿ ਵਾਰ-ਵਾਰ ਅਸੀਂ ਗਲਤੀਆਂ ਕਰੀਏ ਅਤੇ ਉਹਨਾਂ ਗਲਤੀਆਂ ਤੋਂ ਹੀ ਸਿੱਖੀਏ। ਕੁਝ ਸਬਕ ਸਾਨੂੰ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਲੈ ਲੈਣੇ ਚਾਹੀਦੇ ਨੇ, ਪਰ ਹਾਲਾਂਕਿ ਕਰਦੇ ਅਸੀਂ ਇਹੀ ਆ ਕਿ ਬੇਸ਼ੱਕ ਸਾਨੂੰ ਕੋਈ ਜਿੰਨਾ ਮਰਜ਼ੀ ਸਮਝਾਵੇ, ਸਾਨੂੰ ਹੁੰਦਾ ਕਿ ਨਹੀਂ, ਅਸੀਂ ਆਪਣਾ ਅਨੁਭਵ ਹੀ ਇਕੱਠਾ ਕਰਾਂਗੇ, ਪਰ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਅਤੇ ਆਪਣੀ ਜ਼ਿੰਦਗੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਖਿਲਵਾੜ ਨਾ ਕਰੋ। ਹਾਂ ਪੱਖੀ ਨਜ਼ਰੀਏ ਦੇ ਨਾਲ ਜ਼ਿੰਦਗੀ ਨੂੰ ਅੱਗੇ ਵਧਾਓ, ਬੱਚਿਆਂ ਦੇ ਸਾਥੀ ਬਣੋ, ਉਹਨਾਂ ਨੂੰ ਜਿੱਥੇ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਉੱਥੇ ਸਹਿਯੋਗ ਦਿਓ। ਫਿਰ ਦੇਖਿਓ ਜ਼ਿੰਦਗੀ ਕਿੰਨੀ ਸੋਹਣੀ ਹੁੰਦੀ ਹੈ। ਇਸੇ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।